ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੀਉ ਭਇ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ। ਦਸਵਾ ਗੁਪਤ ਰਖਨਾਇਆ ਹਰ ਜੀਉ ਗੁਫਾ ਅੰਦਰ ਰੱਖ ਕੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸ੍ਰੀ ਆਨੰਦ ਸਾਹਿਬ ਗੁਰਬਾਣੀ ਦੀ ਕਥਾ ਵਿਚਾਰ ਪਿਛਲੇ ਕੁਝ ਦਿਨਾਂ ਤੋਂ ਪ੍ਰਾਰੰਭ ਹੈ, ਜਿਸ ਦੀਆਂ 37 ਪੌੜੀਆਂ ਦੀ ਵਿਚਾਰ ਆਪ ਸਰਵਣ ਕਰ ਚੁੱਕੇ ਹੋ। ਅੱਜ 38ਵੀਂ ਪੌੜੀ ਪ੍ਰਾਰੰਭ ਹੋ ਰਹੀ ਹੈ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੀਉ ਗੁਫਾ ਅੰਦਰ ਰੱਖ ਕੈ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੀਉ ਗੁਫਾ ਅੰਦਰ ਰੱਖ ਕੇ ਜੀਵ ਨੂੰ ਮਾਤਾ ਦੀ ਗਰਭ ਰੂਪ ਗੁਫਾ ਦੇ ਵਿੱਚ ਧਰ ਕਰਕੇ ਰੱਖ ਕਰਕੇ, ਜੇ ਤਾਂ ਚਾਲ ਦੇ ਨਾਲ ਪਾਠ ਕਰੀਏ ਫਿਰ ਤਾਂ ਜੀਓ 'ਤੇ ਜਮਕੀ ਲੱਗਦੀ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ, ਪਰ ਕਿਉਂਕਿ ਹੁਣ ਆਪਾਂ ਕਥਾ ਕਰ ਰਹੇ ਹਾਂ ਇਸ ਲਈ ਅਰਥਾਂ ਦੇ ਮੁਤਾਬਕ ਹਰ ਇੱਥੇ ਜਮਕੀ ਲੱਗੇਗੀ। ਜੀਓ ਗੁਫਾ ਅੰਦਰ ਰੱਖ ਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੀਵ ਨੂੰ ਮਾਤਾ ਦੀ ਗਰਭ ਰੂਪ ਗੁਫਾ ਦੇ ਵਿੱਚ ਰੱਖ ਕਰਕੇ ਧਰ ਕਰਕੇ ਵਾਜਾ ਪਵਨ ਵਜਾਇਆ। ਪਰਸੂਤ ਪਵਨਾ ਰੂਪੀ ਪਰਸੂਤ ਹਵਾ ਰੂਪੀ ਵਾਜਾ ਵਜਾਉਣਾ ਕੀਤਾ ਹੈ। ਭਾਵ ਪਾਉਣ ਦਾ ਵਾਜਾ ਪ੍ਰਗਟ ਕੀਤਾ ਹੈ, ਜਿਸ ਨਾਲ ਜੀਵ ਜੰਮਿਆ ਹੈ। ਇਸੇ ਪ੍ਰਕਾਰ ਜੀਉ ਗੁਫਾ ਅੰਦਰ ਰੱਖ ਕੈ। ਹਰ ਜੀ ਪਰਮੇਸ਼ਰ ਜੀ ਨੇ ਜੀਉ ਗੁਫਾ ਅੰਦਰ ਰੱਖ ਕੇ ਜੀਵ ਦੀ ਦੇਹੀ ਰੂਪ ਗੁਫਾ ਦੇ ਵਿੱਚ ਰੱਖ ਕਰਕੇ ਵਾਜਾ ਪਵਨ ਵਜਾਇਆ। ਸਵਾਸਾਂ ਰੂਪੀ
ਵਾਜਾ ਵਜਾਇਆ ਹੈ, ਭਾਵ ਸਵਾਸ ਸਰੀਰ ਦੇ ਵਿੱਚ ਰੱਖੇ ਹਨ। ਵਜਾਇਆ ਵਾਜਾ ਪਾਉਣ, ਇੰਜ ਪਰਸੂਤ ਹਵਾ ਰੂਪੀ ਵਾਜਾ ਵਜਾ ਕੇ ਨਾਉ ਦੁਆਰੇ ਪ੍ਰਗਟ ਕੀਏ। ਨੌ ਦੁਆਰਿਆਂ ਵਾਲੇ ਸਰੀਰ ਨੂੰ ਜ਼ਾਹਿਰ ਕੀਤਾ, ਪੈਦਾ ਕਰ ਦਿੱਤਾ, ਇਹਨੂੰ ਜਨਮ ਦਿੱਤਾ। ਦਸਵਾ ਗੋਪਤ ਰਖਾਇਆ, ਅਤੇ ਦਸਵਾਂ ਮੂਰਧਨੀ ਅਸਥਾਨ ਸਿਰ ਦੇ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ। ਜਨਮ ਤੋਂ ਪਹਿਲਾਂ ਇਹ ਖੁੱਲ੍ਹਾ ਹੁੰਦਾ ਸੀ ਅਤੇ 100 ਜਨਮ ਦਾ ਬੱਚੇ ਨੂੰ ਗਿਆਨ ਹੁੰਦਾ ਸੀ। ਜਦੋਂ ਇਹਨੇ ਜਨਮ ਲਿਆ ਹੌਲੀ ਹੌਲੀ ਬੰਦ ਹੁੰਦਾ ਬਿਲਕੁਲ ਹੀ ਬੰਦ ਹੋ ਗਿਆ। ਇਹ ਦਿਖਦਾ ਕਿਸੇ ਨੂੰ ਨਹੀਂ ਹੈ। ਜੇ ਡਾਕਟਰਾਂ ਨੂੰ ਦਿਖਦਾ ਹੋਵੇ ਤਾਂ ਉਹ ਆਪਰੇਸ਼ਨ ਕਰਕੇ ਖੋਲ੍ਹ ਦੇਣ, ਪਰ ਇਹ ਬਹੁਤ ਸੂਖਮ ਬਹੁਤ ਬਰੀਕ ਕਿਸਮ ਦਾ ਹੈ। ਬੱਚੇ ਦਾ ਜਦ ਜਨਮ ਹੁੰਦਾ ਹੈ ਉਹਦਾ ਤਾਲੂਆ ਬਹੁਤ ਹੀ ਪੋਲਾ ਨਰਮ ਹੁੰਦਾ ਹੈ, ਵਿੱਚ ਟੋਆ ਪਿਆ ਹੁੰਦਾ ਹੈ। ਜਿਹੜੇ ਬ੍ਰਹਮ ਗਿਆਨੀਆਂ ਦਾ 10ਵਾਂ ਦੁਆਰ ਖੁੱਲ੍ਹਾ ਹੁੰਦਾ, ਉਹਨਾਂ ਦਾ ਵੀ ਤਾਲੂ ਹੇਠਾਂ ਨੂੰ ਹੁੰਦਾ, ਨਰਮ ਹੁੰਦਾ ਹੈ। ਸਾਡਾ ਤਾਂ ਪੱਥਰ ਨਾਲੋਂ ਵੀ ਸਖਤ ਹੈ। ਇਹ ਖੁੱਲ੍ਹਣ ਦੀ ਆਸਾਰ ਹੀ ਨਹੀਂ ਹਨ, ਕਿਉਂਕਿ ਜਾਤ ਇਸ ਭਾਣਾ ਦਾ ਜੰਮਿਆ, ਪਰਿਵਾਰ ਭਲਾ ਪਾਇਆ, ਰੱਬ ਦਾ ਨਾਮ ਭੁੱਲ ਜੂ ਗਿਆ, ਪਰਿਵਾਰ ਚੰਗਾ ਲੱਗਣ ਲੱਗ ਪਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲਾ ਮਾਇਆ ਮਾਤਾ ਦੇ ਅਸਤਰਾਂ ਦੇ ਵਿਚਲੇ ਦੁੱਧ ਦੇ ਰੂਪ ਦੇ ਵਿੱਚ ਲੱਗੀ, ਦੂਜਾ ਮਾਏ ਬਾਪ ਕੀ ਸੁੱਧ, ਫਿਰ ਮਾਂ ਪਿਓ ਦੀ ਖਬਰ ਹੋਈ, ਤੀਜੇ ਭਈਆ ਭਾਬੀ ਬੇ, ਚੌਥੇ ਪਿਆਰ ਉਪਰ ਨਹੀਂ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸਾਂਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ। ਇੰਜ ਨਾਵੇਂ ਤੌਲੇ ਉੱਭੇ ਸਾਹ, 10ਵੇਂ ਦੱਧਾ ਹੁਆ ਸੁਆ, ਗਏ ਸੇ ਗੀਤ ਪੁਕਾਰੀ ਤਾ, ਉੱਡਿਆ ਹੰਸ ਦਸਾਏ ਰਾ। ਇਹ ਮਾਇਆ ਜਿਤ ਹਰ ਵਿਸਰੈ, ਮਾਇਆ ਰੁਪਈਏ ਪੈਸਿਆਂ ਦਾ ਨਾਮ ਨਹੀਂ ਹੈ। ਮਾਇਆ ਉਸ ਦਾ ਨਾਮ ਹੈ ਜਿਹਦੇ ਵਿੱਚ ਲੱਗ ਕੇ ਪ੍ਰਭੂ ਦਾ ਨਾਮ ਭੁੱਲ ਜਾਵੇ, ਭਾਵੇਂ ਕਿ ਖੁਦ ਆਪਣਾ ਸਰੀਰ ਹੀ ਹੈ। ਜਿਹਦੇ ਤਿਆਰ ਪਿਆਰ ਦੇ ਵਿੱਚ, ਇਹਦੇ ਹਾਰ ਸ਼ਿੰਗਾਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਭੁੱਲ ਗਿਆ, ਮਹਾਰਾਜ ਦਾ ਨਾਮ ਭੁੱਲ ਗਿਆ, ਨਿਤਨੇਮ ਭੁੱਲ ਗਿਆ, ਸਮਝ ਲਓ ਇਹ ਮਾਇਆ ਹੀ ਹੈ। ਪੇਟ ਭਰਨ ਖਾਤਰ ਚੋਰੀਆਂ ਯਾਰੀਆਂ ਦੇ ਵਿੱਚ ਮਸਤ ਹੋ ਗਿਆ, ਸੇਵਾ ਸਿਮਰਨ ਭੁੱਲ ਗਿਆ, ਫਿਰ ਇਹ ਵੀ ਮਾਇਆ ਹੀ ਹੈ। ਕਬੀਰ ਜੀ ਕਹਿੰਦੇ ਕਿ ਦੁਨੀਆ ਨੂੰ ਭੁਲੇਖਾ ਹੈ ਕਿ ਸ਼ਾਇਦ ਅਸੀਂ ਪੈਸੇ ਨੂੰ ਹੱਥ ਨਹੀਂ ਲਾਵਾਂਗੇ ਅਤੇ ਮਾਇਆ ਤੋਂ ਬਚ ਜਾਵਾਂਗੇ। ਘਰ ਵਾਲੀ ਵੀ ਮਾਇਆ ਹੀ ਹੈ, ਆ ਧੀਆਂ ਪੁੱਤਰ ਵੀ ਮਾਇਆ ਹੀ ਹੈ, ਜਿਨ੍ਹਾਂ ਵਾਸਤੇ ਬਾਹੋ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੀਰਾ ਤੇਰੇ ਜੀ ਪੈ ਲੀਜੈ। ਵਲ ਛਲ ਕਰਦਾ, ਠਗੀਆਂ ਠੋਰੀਆਂ ਮਾਰਦਾ, ਆਪਦੇ ਪੇਟ ਦੇ ਖਾਤਰ ਕਤਲ ਤਾਂ ਕਰ ਦਿੰਦਾ। ਇਸ ਲਈ ਕਬੀਰ ਜੀ ਕਹਿੰਦੇ ਜਿਹਨੂੰ ਰੱਬ ਨੇ ਢਿੱਡ ਲਾ ਦਿੱਤਾ, ਸਮਝ ਲਓ ਢਿੱਡ ਵਾਲੇ ਨੂੰ ਮਾਇਆ ਨਾਲ ਹੀ ਝਮੇੜ ਦਿੱਤੀ। ਇਹ ਸਾਡਾ ਪੇਟ ਹੀ ਮਾਇਆ। ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਇਸ ਲਈ ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਪੈਸੇ ਦੀ ਕੀਮਤ ਤਾਂ ਅੱਜ ਕੱਲ੍ਹ ਬਹੁਤ ਥੋੜ੍ਹੀ ਹੈ। ਪਹਿਲਾਂ ਤਾਂ ਰੁਪਈਆ ਵੇਖਣ ਨੂੰ ਨਹੀਂ ਸੀ ਮਿਲਦਾ ਹੁੰਦਾ।
ਦਾਣੇ ਵੇਚ ਕੇ ਕੁਲਫੀਆਂ ਦੇ ਗੋਲੇ ਖਾਂਦੇ ਰਹੇ ਅਤੇ ਬਲਬ ਭੰਨ ਭੰਨ ਕੇ ਜਾਂ ਇੱਧਰ ਉੱਧਰੋਂ ਤਾਂਬਾ ਇਕੱਠਾ ਕਰਕੇ ਅਤੇ ਪਤੀਸਾ ਲੈਂਦੇ ਰਹੇ। ਕੋਈ ਚੀਜ਼ ਲੈਣੀ ਹੁੰਦੀ ਦਾਣੇ ਲੈ ਕੇ ਜਾਣੇ। ਤਾਂ ਇਸ ਤਰੀਕੇ ਦੇ ਨਾਲ ਇੱਕੀਆਂ ਦੁੱਕੀਆਂ ਅਤੇ ਅੱਜ ਕੱਲ੍ਹ ਤਾਂ ਕਰੋੜਾਂ ਦੇ ਅਰਬਾਂ ਕੋਈ ਅੰਤ ਹੀ ਨਹੀਂ, ਪਰ ਕੀਮਤ ਕੋਈ ਨਹੀਂ। ਕਿਸੇ ਜਗ੍ਹਾ 'ਤੇ ਆ ਕੇ ਪੈਸੇ ਦੀ ਕੀਮਤ ਖਤਮ ਹੋ ਜਾਂਦੀ ਹੈ। ਆ ਜਿਹੜੇ ਰਾਜਨੀਤਿਕ ਲੋਕ ਨੇ, ਇਹਨਾਂ ਨੂੰ ਪੈਸਾ ਨਹੀਂ, ਇਹਨਾਂ ਨੂੰ ਜਿਉਂ ਆਇਆ ਚਾਹੀਦਾ ਹੈ, ਸਤਿਕਾਰ ਚਾਹੀਦਾ ਹੈ। ਛੋਟੇ ਛੋਟੇ ਨਿਆਣੇ ਵਿਚਾਰੇ ਘਰੋਂ ਪੜ੍ਹਨ ਜਾਂਦੇ ਨੇ ਅਤੇ ਰੋਟੀ ਭਾਵੇਂ ਉਹਨਾਂ ਨੂੰ ਖਾਣ ਨੂੰ ਮਿਲੇ ਜਾਂ ਨਾ ਮਿਲੇ, ਝੰਡੀਆਂ ਚੁੱਕ ਕੇ ਧੁੱਪੇ ਖਲੋਣਾ ਪੈਂਦਾ। ਆ 26 ਜਨਵਰੀ 15 ਅਗਸਤ ਵਾਲੇ ਦਿਨ ਖੱਪ ਜਾਂਦੇ ਬੱਚੇ। ਅੱਜ ਕੱਲ੍ਹ ਨਵਾਂ ਹੀ ਸਟੰਟ ਚਾਲੂ ਹੋਇਆ। ਹੁਣ ਇਹ ਤਾਂ ਗੁਰੂ ਦੀ ਬਾਣੀ ਦੀ ਗੱਲ ਹੈ, ਗੁਰੂ ਦੇ ਮਨ ਦੀ ਬਾਤ ਹੈ। ਜੇ ਮੈਂ ਤੁਹਾਨੂੰ ਜ਼ਬਰਦਸਤੀ ਆਖਾਂ ਵੀ ਮੇਰੇ ਮਨ ਦੀ ਗੱਲ ਸੁਣੋ, ਰੋਟੀ ਨਾ ਖਾਓ, ਕੰਮ 'ਤੇ ਨਾ ਜਾਓ, ਆਪਦੇ ਸਾਰੇ ਕੰਮ ਛੱਡ ਕੇ ਮੇਰੇ ਮਨ ਦੀ ਗੱਲ ਸੁਣੋ, ਕਿੱਡੀ ਕੁ ਵੱਡੀ ਸਿਆਣਪ ਹੈ ਦੱਸੋ। ਉਹ ਨਿਆਣਿਆਂ ਨੂੰ ਹੋਰ ਤਾਂ ਕੋਈ ਲੱਭਦਾ ਨਹੀਂ, ਪੜ੍ਹਾਈ ਛਡਾ ਕੇ 3 4 ਘੰਟੇ ਆਪਦੇ ਮਨ ਦੀ ਗੱਲ ਕਹਿੰਦੇ ਸੁਣਾਉਂਦੇ ਰਹਿਣਾ। 4 ਸਵੇਰੇ ਆਪਣੀ ਡੁਗਡੁਗੀ ਵਜਾਈ ਜਾਣੀ। ਇੱਥੇ ਪੈਸੇ ਦੀ ਕੀਮਤ ਖਤਮ ਹੋ ਜਾਂਦੀ ਹੈ। ਕੇਵਲ ਬੰਦੇ ਨੂੰ ਵਾਹ ਵਾਹ ਚਾਹੀਦੀ ਹੈ, ਸਤਿਕਾਰ ਚਾਹੀਦਾ, ਆਪ ਦਾ ਵੈਲਕਮ ਚਾਹੀਦਾ। ਕਹਿਣ ਦਾ ਮਤਲਬ ਹੈ ਕਿ ਸਾਨੂੰ ਕੋਈ ਪੈਸਾ ਦੇਵੇ ਜਾਂ ਨਾ ਦੇਵੇ, ਰੋਟੀ ਪਾਣੀ ਪੁੱਛੇ ਜਾਂ ਨਾ ਪੁੱਛੇ, ਪਰ ਸਾਨੂੰ ਜਿਉਂ ਆਇਆਂ ਜ਼ਰੂਰ ਰੱਖਣਾ। ਸਾਡੇ ਮਨ ਦੇ ਵਿੱਚ ਇਹ ਮਾਣ ਹੈ, ਇਹ ਹੰਕਾਰ ਹੈ ਕਿ ਅਸੀਂ ਦੂਜਿਆਂ ਦੇ ਨਾਲੋਂ ਵੱਡੇ ਹਾਂ। ਆਪ ਦੀ ਪੂਜਾ ਕਰਾਉਣ ਦੀ, ਆਪ ਦਾ ਸਤਿਕਾਰ ਕਰਾਉਣ ਦੀ ਮਨ ਵਿੱਚ ਇੱਛਾ ਹੈ। ਸੋ ਬੰਦਾ ਪੈਸਾ ਤਾਂ ਛੱਡ ਦਿੰਦਾ, ਪੈਸਾ ਲੁਟਾ ਵੀ ਦਿੰਦਾ, ਆਪ ਦਾ ਸਭ ਕੁਝ ਤਿਆਗ ਦਿੰਦਾ, ਅਤੇ ਪਰ ਉਹਦੇ ਮਨ ਦਾ ਮਾਣ ਨਹੀਂ ਜਾਂਦਾ। ਕਬੀਰ ਜੀ ਕਹਿੰਦੇ ਨੇ ਕਿ ਜੇ ਮਾਇਆ ਤਿਆਗ ਦਿੱਤੀ ਤਾਂ ਕਿੰਨਾ ਕੁ ਵੱਡਾ ਹੋ ਗਿਆ। ਕਬੀਰ ਮਾਇਆ ਤਜੀ ਤਉ ਕਿਆ ਪਿਆ, ਜੋ ਮਾਣ ਤਜਿਆ ਨਹੀਂ ਜਾਏ। ਆਪ ਦਾ ਸਤਿਕਾਰ ਤਾਂ ਛੱਡ ਨਹੀਂ ਸਕਿਆ, ਆਪ ਦਾ ਹੰਕਾਰ ਤਾਂ ਤਿਆਗਿਆ ਨਹੀਂ। ਉਹ ਤਾਂ ਸਿਰ ਉੱਪਰ ਚੁੱਕੀ ਫਿਰਦਾ ਹੈ ਕਿ ਮੈਂ ਸਭ ਨਾਲੋਂ ਵੱਡਾ, ਮੈਂ ਕੁਝ ਵਿਸ਼ੇਸ਼ ਹਾਂ, ਮੇਰੀ ਹੀ ਮਰਜ਼ੀ ਹੋਣੀ ਚਾਹੀਦੀ ਹੈ, ਮੇਰੀ ਹੀ ਗੱਲ ਸਭ ਦੁਨੀਆ 'ਚ ਮੰਨੀ ਜਾਏ। ਬੰਦਾ ਪੁੱਛੇ ਵੀ ਤੂੰ ਭਗਵਾਨ, ਤੂੰ ਰੱਬ ਥੋੜ੍ਹੋ ਆ। ਹਰਨਾਖਸ਼ ਵੀ ਆਪ ਦਾ ਨਾਮ ਜਪਾਉਣਾ ਚਾਹੁੰਦਾ ਸੀ, ਸਗੇ ਪੁੱਤਰ ਦੇ ਵੈਰ ਪੈ ਗਿਆ, ਜਲੇ ਹਰਨਾਖਸ਼ ਤਲੇ ਹਰਨਾਖਸ਼, ਪਰ ਆਖਰ ਉਹਨੂੰ ਵੀ ਹਾਰ ਮੰਨਣੀ ਪਈ। ਤੋ ਇੰਝ ਜਿਹਦੇ ਵਿੱਚ ਵੀ ਮਨ ਲੱਗਾ ਹੋਇਆ ਪਰਮਾਤਮਾ ਦੇ ਨਾਮ ਤੋਂ ਅਲੱਗ, ਉਹ ਮਾਇਆ ਹੀ ਹੈ। ਪੰਡਿਤ ਨੂੰ ਜਿਹੜੀ ਮਾਇਆ ਉਹ ਗ੍ਰੰਥਾਂ ਦੇ ਰੂਪ ਦੇ ਵਿੱਚ ਲੱਗੀ ਹੋਈ ਹੈ, ਕਦੀ ਵੇਦ ਪੜ੍ਹ ਲਏ, ਕਦੀ ਕਵਿਤ ਪੜ੍ਹ ਲਏ, ਕਿਤਾਬਾਂ ਪੜ੍ਹ ਲਈਆਂ। ਕਬੀਰ ਸਾਹਿਬ ਜੀ ਕਹਿੰਦੇ ਹਨ, ਕਹਿੰਦੇ ਕਬਤ ਪੇ ਪੜ੍ਹ ਕਵਿਤਾ ਮੂਏ, ਕੱਪੜ ਕੇ ਰਹਿ ਜਾਈ। ਜੇ ਕਵੀਸ਼ਰ ਨੇ ਉਹ ਕਵੀਸ਼ਰੀਆਂ ਪੜ੍ਹ ਪੜ੍ਹ ਕੇ ਮਰੀ ਜਾ ਰਹੇ ਨੇ, ਅਤੇ ਕੱਪੜ ਕੇ ਰਹਿ ਜਾਈ। ਕਾਪੜੀ ਆਦਿਕ ਸਾਧੂ ਕੇਦਾਰ ਆਦਿਕ ਤੀਰਥਾਂ ਦੇ ਜਾ ਜਾ ਕੇ ਜੀਵਨ ਵਿਅਰਥ ਗਵਾ ਦਿੰਦੇ ਨੇ। ਜਟਾ ਧਾਰ ਤਰ ਜੋਗੀ ਮੂਏ, ਤੇਰੀ ਗਤ ਨੇ ਨਾ ਪਾਈ। ਜਿਹੜੇ ਜੋਗੀ ਨੇ ਉਹ ਜਿਹੜਾ ਰੱਖ ਰੱਖ ਕੇ ਮਰੀ ਜਾ ਰਹੇ ਨੇ, ਇਹਨਾਂ ਨੇ ਵੀ ਤੇਰੀ ਗਤੀ ਨੂੰ, ਤੇਰੀ ਪ੍ਰਾਪਤੀ ਦੀ ਮਰਿਆਦਾ ਨੂੰ ਨਹੀਂ ਪਾਇਆ। ਦਰਬ ਸੰਜ ਸੰਜ ਰਾਜੇ ਮੂਏ, ਰਾਜੇ ਲੋਕ ਤਨ ਇਕੱਤਰ ਕਰ ਕਰਕੇ ਮਰੀ ਜਾ ਰਹੇ ਹਨ, ਕਿਸੇ ਦੇ ਕੰਮ ਨਹੀਂ ਆਉਂਦੀ। ਗਾਡਲੇ ਕੰਚਨ ਭਾਰੀ, ਜੋ ਸੋਨੇ ਆਦਿਕ ਦੇ ਢੇਰ ਭਖ ਜਾਣੇ ਧਰਤੀ ਦੇ ਵਿੱਚ ਦੱਬੇ ਰੱਖੇ ਨੇ, ਮਰਨ ਵਕਤ ਉਹ ਨਾਲ ਨਹੀਂ ਲਿਜਾ ਸਕਿਆ। ਵੇਦ ਪੜ੍ਹੇ ਪੜ੍ਹ ਪੰਡਤ ਮੂਹੇ,
ਰੂਪ ਦੇਖ ਦੇਖ ਨਾਰੀ। ਵੇਦਾਂ ਨੂੰ ਪੜ੍ਹ ਕੇ ਪੰਡਤ ਮਰੀ ਜਾ ਰਹੇ ਨੇ। ਇਸਤਰੀਆਂ ਸ਼ੀਸ਼ਾ ਅੱਗੇ ਰੱਖ ਕੇ ਸਾਰਾ ਸਮਾਂ ਸ਼ੀਸ਼ੇ ਅੱਗੇ ਬੈਠ ਕੇ ਹੀ ਬਰਬਾਦ ਕਰ ਦਿੰਦੀਆਂ। ਸੋ ਆਪ ਦਾ ਰੂਪ ਹੀ ਵੇਖ ਵੇਖ ਕੇ ਸਮਾਂ ਟਪਾ ਰਹੀਆਂ। ਰਾਮ ਨਾਮ ਬਿਨ ਸਭੈ ਬਗੂਤੇ, ਰਮੇ ਹੋਏ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਾਰੇ ਖਰਾਬ ਹੋ ਰਹੇ ਨੇ। ਦੇਖੋ ਉਹ ਨਿਰਖ ਸਰੀਰਾ। ਸੋ ਮਹਾਰਾਜ ਦੇ ਨਾਮ ਸਿਮਰਨ ਕਰਨ ਤੋਂ ਬਿਨਾਂ ਸਭ ਜੀਵ ਖਰਾਬ ਹੋ ਰਹੇ ਨੇ। ਪਾਤਸ਼ਾਹ ਕਹਿੰਦੇ ਸਾਡੀ ਗੱਲ ਜੇ ਤੁਹਾਨੂੰ ਕੁਝ ਸ਼ੰਕੇ ਵਾਲੀ ਲੱਗਦੀ ਹੈ, ਤੁਸੀਂ ਆਪ ਦੇ ਅੰਦਰ ਝਾਤ ਮਾਰ ਕੇ ਵੇਖ ਲਓ। ਇਹੀ ਸਾਡੀ ਕਮਜ਼ੋਰੀ ਹੈ, ਸਾਰਿਆਂ ਦੀ ਕਮਜ਼ੋਰੀ ਹੈ। ਅਸੀਂ ਆਪ ਦੇ ਬਾਰੇ ਬਹੁਤ ਜ਼ਿਆਦਾ ਸੋਚਦੇ ਹਾਂ, ਦੂਜੇ ਬਾਰੇ ਘੱਟ ਸੋਚਦੇ ਹਾਂ। ਸੋ ਮਹਾਰਾਜ ਦਾ ਨਾਮ ਛੱਡ ਕੇ ਆਪ ਦੇ ਪਾਲਣਾ ਪੋਸ਼ਣਾਂ ਦੇ ਵਿੱਚ, ਆਪ ਦੇ ਘਰ-ਬਾਰ ਦੇ ਵਿੱਚ, ਆਪ ਦੇ ਸਰੀਰ ਦੇ ਸੋ ਰੂਪ ਰੰਗ ਦੇ ਵਿੱਚ ਹੀ ਮਸਤ ਹੋਏ ਪਏ ਹਾਂ। ਕਹਿੰਦੇ ਨੇ ਕਬੀਰ ਸਾਹਿਬ ਜੀ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ। ਕਬੀਰ ਜੀ ਕਹਿੰਦੇ ਹਰੀ ਦੇ ਨਾਮ ਤੋਂ ਬਗੈਰ ਦੱਸੋ ਭਾਈ ਕਿੰਨੇ ਮੁਕਤੀ ਪਾਈ ਹੈ? ਕਿਸੇ ਅੱਜ ਤੱਕ ਮੁਕਤੀ ਨਹੀਂ ਪਾਈ। ਇਹ ਉਪਦੇਸ਼ ਦਿੰਦੇ ਹਨ। ਸੋ ਜਨਮ ਤੋਂ ਪਹਿਲਾਂ ਇਹ ਬ੍ਰਹਮ ਗਿਆਨੀ ਸੀ। 100 ਜਨਮ ਦਾ ਇਹਨੂੰ ਗਿਆਨ ਸੀ ਅਤੇ ਪ੍ਰਭੂ ਦੇ ਚਰਨਾਂ ਵਿੱਚ ਅਰਦਾਸਾਂ ਪਿਆ ਕਰਦਾ ਸੀ ਕਿ ਮਹਾਰਾਜ ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਕੱਢ ਕੇ ਦੁਨੀਆ ਦੇ ਦਰਸ਼ਨ ਕਰਾ। ਮੈਂ ਸਮੇਂ ਦਾ ਦਸਵੰਧ ਘੱਟੋ ਘੱਟ 24 ਘੰਟਿਆਂ ਦਾ 10ਵਾਂ ਹਿੱਸਾ 2.5 ਘੰਟੇ ਤੇਰਾ ਨਾਮ ਜਪਾਂਗਾ, ਤੇਰੀ ਬਾਣੀ ਪੜਾਂਗਾ, ਸੇਵਾ ਸਿਮਰਨ ਪਰਉਪਕਾਰ ਦੇ ਵਿੱਚ ਚਿੱਤ ਜੋੜਾਂਗਾ ਅਤੇ ਆਪ ਦੀ ਕਿਰਤ ਕਮਾਈ ਦੇ ਵਿੱਚੋਂ ਵੀ 10ਵਾਂ ਹਿੱਸਾ ਤੇਰੇ ਨਾਮ 'ਤੇ ਕੱਢਾਂਗਾ। ਉਹ ਤੁਹਾਡੀ ਮਰਜ਼ੀ ਹੈ, ਜਿੱਥੇ ਮਰਜ਼ੀ ਵਰਤੋ। ਗਰੀਬ ਦੀ ਮੂੰਹ ਵੀ ਗੁਰੂ ਦਾ ਗੋਲਕ ਹੈ। ਜਿੱਥੇ ਤੁਹਾਨੂੰ ਜਾਪਦਾ ਕਿ ਕਿਸੇ ਨੂੰ ਜ਼ਰੂਰਤ ਹੈ ਉੱਥੇ ਵੀ ਵਰਤ ਸਕਦੇ ਹੋ। ਨਹੀਂ ਤਾਂ ਗੁਰੂ ਘਰ ਦੀਆਂ ਇਮਾਰਤਾਂ, ਗੁਰੂ ਕੇ ਲੰਗਰਾਂ ਵਾਸਤੇ, ਜਿੱਥੇ ਸਰਬੱਤ ਦੇ ਭਲੇ ਵਾਸਤੇ ਸੋ ਮਹਾਰਾਜ ਦੀ ਬਿਲਡਿੰਗ ਬਣ ਰਹੀ ਹੈ, ਲੰਗਰ ਚੱਲ ਰਹੇ ਨੇ, ਉੱਥੇ ਵੀ ਵਰਤਿਆ ਜਾ ਸਕਦਾ ਹੈ। ਆਪਦੇ ਘਰ ਵਿੱਚ ਪਾਠ ਪੂਜਾ ਅਤੇ ਦਾਨ ਪੁੰਨ ਦੇ ਵਿੱਚ ਵੀ ਵਰਤਿਆ ਜਾ ਸਕਦਾ ਹੈ। ਇਉਂ ਗੁਰਮੁਖ ਘਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ। ਗੁਰਮੁਖ ਪਿਆਰਿਆਂ ਨੇ ਆਪਦੇ ਕੀਤੇ ਕੌਲ ਇਕਰਾਰਾਂ ਮੁਤਾਬਕ ਪ੍ਰਭੂ ਪਰਮਾਤਮਾ ਦਾ ਨਾਮ ਚਿੰਤਨ ਕੀਤਾ ਹੈ। ਉਹਨਾਂ ਸਮੇਂ ਦਾ ਦਸਵੰਧ ਵੀ ਕੱਢਿਆ, 2.5 ਘੰਟੇ ਪ੍ਰਭੂ ਦਾ ਨਾਮ ਜਪਿਆ ਅਤੇ ਆਪਦੀ ਕਿਰਤ ਕਮਾਈ ਵਿੱਚੋਂ ਵੀ 10ਵਾਂ ਹਿੱਸਾ ਕੱਢ ਕੇ ਅਤੇ ਸੇਵਾ ਦੇ ਵਿੱਚ ਜੋੜਿਆ ਹੈ। ਇਸ ਕਰਕੇ ਉਹਨਾਂ ਨੇ ਆਪ ਦਾ ਚਿੱਤ ਮਹਾਰਾਜ ਦੇ ਚਰਨਾਂ ਵਿੱਚ ਲਾ ਲਿਆ। ਕਈਆਂ ਦਾ 10ਵਾਂ ਦੁਆਰ ਖੁੱਲ੍ਹ ਵੀ ਗਿਆ ਹੈ ਅਤੇ ਕਈ ਯਤਨ ਦੇ ਵਿੱਚ ਹਨ, ਪਰ ਸਾਨੂੰ ਤਾਂ ਅਗਲੇ 100 ਜਨਮਾਂ ਤੱਕ ਵੀ ਨਹੀਂ ਆਸ ਕਿ ਸਾਡਾ ਖੁੱਲ੍ਹੂਗਾ। ਸੋ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਇਹ ਜਿਹੜੇ 9 ਦਰਵਾਜ਼ੇ ਨੇ ਇਹ ਤਾਂ ਪ੍ਰਗਟ ਕੀਤੇ ਨੇ, ਅੱਖ, ਕੰਨ, ਨੱਕ, ਮੂੰਹ ਆਦਿਕ। ਅਤੇ ਜਿਹੜਾ 10ਵਾਂ ਦਰਵਾਜ਼ਾ ਸਿਰ ਦੇ ਵਿੱਚ ਹੈ, ਤਾਲੂ ਦੇ ਵਿੱਚ ਹੈ, ਜਿੱਥੇ ਜੋੜਾ ਕਰੀਦਾ, ਇੱਥੇ ਮਹਾਰਾਜ ਨੇ ਗੁਪਤ ਰੱਖਿਆ ਹੈ। ਗੁਰਦੁਆਰਾ ਲਾਏ ਪਾਵਨੀ, ਜਿਸ ਨੇ ਗੁਰਾਂ ਦੁਆਰਾ ਸ਼ਰਧਾ ਲਾਉਣਾ ਕੀਤੀ ਹੈ। ਨਾ 10ਵਾਂ ਦੁਆਰ ਦਿਖਾਇਆ, ਉਹਨਾਂ ਇਕਨਾਂ ਨੂੰ ਗੁਰਾਂ ਨੇ ਪ੍ਰਤੱਖ 10ਵਾਂ ਦੁਆਰ ਦਿਖਾ ਦਿੱਤਾ, ਦਰਸ਼ਨ ਕਰਾ ਦਿੱਤੇ ਹਨ। ਅਨੇਕ ਰੂਪ ਨਾਉ ਨਵਨਿਤ, ਉੱਥੇ 10ਵੇਂ ਦੁਆਰ ਦੇ ਵਿੱਚ ਬੇਅੰਤ ਪ੍ਰਕਾਰ ਦੇ ਪ੍ਰਭੂ ਨਾਮਾਂ ਦਾ ਉਚਾਰਨ ਹੋ ਰਿਹਾ ਹੈ ਅਤੇ 9 ਨਿਧੀਆਂ ਰੂਪ
ਪਦਾਰਥ ਹਨ। ਇਸੇ ਪ੍ਰਕਾਰ ਕਹੈ ਅਨੇਕ ਰੂਪ ਨਾਉ ਨਵ ਨਿਧ। ਉੱਥੇ 10ਵੇਂ ਦੁਆਰ ਦੇ ਵਿੱਚ ਅਨੇਕਾਂ ਰੂਪ ਹਨ ਅਤੇ ਪ੍ਰਸਿੱਧ 9 ਨਿਧੀਆਂ ਹਨ। ਇਸੇ ਪ੍ਰਕਾਰ ਕਹੈ ਅਨੇਕ ਰੂਪ ਨਾਉ ਨਵ ਨਿਧ। ਉੱਥੇ ਅਨੇਕਾਂ ਹੀ ਪ੍ਰਕਾਰ ਦੇ ਨਾਮਾਂ ਦਾ ਉਚਾਰਨ ਹੈ ਤੇ ਨਵਨਿਧੀ ਰੂਪ ਹਰੀ ਹੈ। ਉਸ ਤਿਸਦਾ ਅੰਤ ਨਾ ਜਾਈ ਪਾਇਆ। 10ਵੇਂ ਦੁਆਰੇ ਦੇ ਨਜ਼ਾਰੇ ਦਾ ਕਿਸੇ ਪਾਸੋਂ ਵੀ ਅੰਤ ਨਹੀਂ ਪਾਇਆ ਜਾ ਸਕਦਾ ਹੈ। 10ਵਾਂ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਇਹ ਜੋ 10ਵਾਂ ਦਰਵਾਜ਼ਾ ਹੈ ਇਹ ਪਹੁੰਚ ਤੋਂ ਪਰੇ ਹੈ ਅਤੇ ਬੇਅੰਤ ਸ਼੍ਰੋਮਣੀ ਸਾਹਿਬ ਦੇ ਰਹਿਣ ਦੀ ਥਾਂ ਹੈ। ਪਰਮ ਪੁਰਖ ਅਤੇ ਬੇਅੰਤ ਪ੍ਰਭੂ ਦੇ ਪ੍ਰਗਟ ਹੋਣ ਦਾ ਠਿਕਾਣਾ ਹੈ। ਮਨੁੱਖਾ ਸਰੀਰ ਦਾ ਦਿਮਾਗ ਰੂਪ ਇਹ 10ਵਾਂ ਦਰਵਾਜ਼ਾ, ਇਹ ਬੂਹਾ ਹੈ। ਉੱਪਰ ਹਾਟ ਪਰ ਆਲਾ, ਸਰੀਰ ਦੇ ਉਤਲੇ ਹਿੱਸੇ ਵਿੱਚ ਜਿਹੜਾ ਸਿਰ ਹੈ, ਸਿਰ ਦਾ ਉੱਪਰਲਾ ਜਿਹੜਾ ਤਾਲੂ ਹੈ ਮਾਨੋ ਇੱਕ ਹੱਟ ਹੈ। ਉਸ ਹੱਟ ਦੇ ਵਿੱਚ ਦਿਮਾਗ ਮਾਨੋ ਇੱਕ ਆਲਾ ਹੈ। ਸੋ 10ਵਾਂ ਦੁਆਰ ਸਮਝ ਲਓ ਇੱਕ ਆਲਾ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਤਾਂ ਫਰਿੱਜ ਹਨ, ਕੋਈ ਵੀ ਆਪਾਂ ਦੁੱਧ ਪਾਣੀ ਫਰਿੱਜਾਂ ਦੇ ਵਿੱਚ ਸਾਂਭ ਕੇ ਰੱਖਦੇ ਹਾਂ। ਪੁਰਾਣੇ ਜਿਹੜੇ ਘਰ, ਸਾਡੇ ਘਰਾਂ 'ਚ ਵੀ ਆਲਾ ਸੀਗਾ। ਆ ਫਰਿੱਜ ਤਾਂ ਥੋੜ੍ਹਾ ਚਿਰ ਹੋ ਗਿਆ ਵੇਖਿਆ। ਪਹਿਲਾਂ ਆਲਿਆਂ ਦੇ ਵਿੱਚ ਹੀ ਮਲਾਈਆਂ, ਦੁੱਧ, ਘਿਓ ਆਦਿ ਸਾਂਭ ਕੇ ਰੱਖਦੀਆਂ ਮਾਈਆਂ, ਅਤੇ ਆਲੇ ਦਾ ਦਰਵਾਜ਼ਾ ਜਿਹੜਾ ਕੰਧ ਵਿੱਚ ਉਹਨੂੰ ਖੋਲ੍ਹ ਕੇ ਛਿੱਕੂ 'ਚ ਰੋਟੀਆਂ ਟੰਗੀਆਂ ਹੋਈਆਂ, ਜੋ ਸਟੀਲ ਦੇ ਨਾਲ ਟੰਗਿਆ ਹੋਣਾ, ਬਿੱਲੀ ਕੁੱਤੇ ਦੇ ਬਚਾਅ ਵਾਸਤੇ ਆਲੇ ਵਿੱਚ ਦੁੱਧ ਪਾਣੀ ਰੱਖਿਆ ਹੋਣਾ। ਤੋ ਇੰਝ ਆਲਾ ਉਹ ਹੈ ਜਿਹਦੇ ਵਿੱਚ ਸਾਂਭਿਆ ਹੋਵੇ ਕੁਝ। ਇਹ ਮਹਾਰਾਜ ਨੇ ਇੱਕ ਆਲਾ ਬਣਾਇਆ 10ਵਾਂ ਦੁਆਰ ਦਿਮਾਗ। ਇਸ ਆਲੇ ਦੇ ਰਾਹੀਂ ਆਲੇ ਭੀਤਰ ਥਾਤੀ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ। ਸੋ ਮਹਾਰਾਜ ਦੀ ਆਤਮਿਕ ਵਸਤੂ ਪ੍ਰਭੂ ਦਾ ਨਾਮ, ਇਹਦੇ ਵਿੱਚ ਇੱਕ ਵਸਤੂ ਸਾਂਭੀ ਹੋਈ ਹੈ। ਜਾਗਤ ਰਹਿ ਸੋ ਕਬਹੁ ਨਾ ਸੋਵੈ। ਜਿਸ ਦੀ ਪਰਮਾਤਮਾ ਪ੍ਰਗਟ ਹੋ ਪਿਆ ਉਹ ਸਦਾ ਜਾਗਦਾ ਰਹਿੰਦਾ, ਸੁਚੇਤ ਰਹਿੰਦਾ ਹੈ। ਮਾਇਆ ਦੀ ਨੀਂਦ ਵਿੱਚ ਕਦੇ ਸੌਂਦਾ ਨਹੀਂ। ਜੋ ਜਾਗਦਾ ਹੈ ਉਹ ਕਦਾਚਿਤ ਨਹੀਂ ਸੌਂਦਾ। ਜਾਗਤ ਰਹੇ ਤੇ ਨਹੀਂ ਪ੍ਰਪਾਇਆ, ਸਭ ਦੇ ਹੋਮੈ ਮਾਰੀ। ਤੀਨ ਤਲੋਕ ਸਮਾਧ ਪਲੋਵੈ। ਉਹ ਇੱਕ ਐਸੀ ਸਮਾਧੀ ਵਿੱਚ ਟਿਕਿਆ ਰਹਿੰਦਾ ਹੈ ਜਿੱਥੋਂ ਮਾਇਆ ਦੇ ਤਿੰਨੇ ਗੁਣ ਅਤੇ ਤਿੰਨੇ ਲੋਕਾਂ ਦੀ ਮਾਇਆ ਪਰੇ ਹੀ ਰਹਿੰਦੇ ਨੇ। ਤਿੰਨੇ ਗੁਣ ਅਤੇ ਤਿੰਨੇ ਜਹਾਨ ਉਸ ਦੀ ਤਾੜੀ ਅੰਦਰ ਉਸ ਦੇ ਲਈ ਅਲੋਪ ਹੋ ਜਾਂਦੇ ਨੇ। ਬੀਜ ਮੰਤਰ ਲੈ ਹਿਰਦੈ ਰਹਿ, ਇੱਕ ਓੰਕਾਰ ਇਹ ਬੀਜ ਰੂਪ ਮੰਤਰ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਸਤਿਨਾਮ ਮੂਲ ਮੰਤਰ, ਸਮੁੱਚੀ ਗੁਰਬਾਣੀ। ਸੋ ਇਹ ਪ੍ਰਭੂ ਦਾ ਬੀਜ ਮੰਤਰ ਹੈ, ਨਾਮ ਮੰਤਰ ਹੈ। ਉਹ ਮਨੁੱਖ ਮਹਾਰਾਜ ਦਾ ਨਾਮ ਬਾਣੀ ਮੰਤਰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ। ਪ੍ਰਭੂ ਦੇ ਨਾਮ ਦੇ ਬੀਜ ਨੂੰ ਲੈ ਕੇ ਉਹ ਇਸ ਨੂੰ ਆਪਣੇ ਮਨ ਦੇ ਅੰਦਰ ਟਿਕਾ ਲੈਂਦਾ ਹੈ। ਮਨੁਆ ਉਲਟ ਸੁਨ ਮੈਂ ਗਾਹੈ, ਜਿਸ ਦੀ ਬਰਕਤ ਨਾਲ ਉਹਦਾ ਮਨ ਮਾਇਆ ਵੱਲੋਂ ਪਰਤ ਕੇ ਸੁਚੇਤ ਰਹਿੰਦਾ ਹੈ। ਉਸ ਅਵਸਥਾ ਵਿੱਚ ਟਿਕਾਣਾ ਪਕੜਦਾ ਜਿੱਥੇ ਕੋਈ ਫੁਰਨਾ ਨਹੀਂ ਉੱਠਦਾ। ਉਹ ਆਪਣੇ ਮਨ ਨੂੰ ਸੰਸਾਰ ਵੱਲੋਂ ਮੋੜ ਕੇ ਅਫੁਰ ਸਮਾਧੀ ਅੰਦਰ ਜੋੜ ਲੈਂਦਾ ਹੈ। ਜਾਗਤ ਰਹਿ ਨਾ ਅਲੀਆ ਭਖ ਹੈ। ਉਹ ਮਨੁੱਖ ਸਦਾ ਜਾਗਦਾ ਰਹਿੰਦਾ, ਸੁਚੇਤ ਰਹਿੰਦਾ, ਕਦੇ ਝੂਠ ਨਹੀਂ ਬੋਲਦਾ। ਅਲੀਆ ਸੰਸਕ੍ਰਿਤ ਦਾ ਵਰਡ ਹੈ। ਸੰਸਕ੍ਰਿਤ ਦੇ ਵਿੱਚ ਝੂਠ ਨੂੰ ਅਲੀਆ ਕਹਿੰਦੇ ਨੇ। ਅਲੀਆ ਉਹ ਇਨਸਾਨ ਕਦੀ ਵੀ ਝੂਠ ਨਹੀਂ ਬੋਲਦਾ,
ਉਹ ਖਬਰਦਾਰ ਰਹਿੰਦਾ। ਉਹਨੂੰ ਪਤਾ ਹੈ ਕਿ ਜਾਨ ਰੱਬ ਨੂੰ ਦੇਣੀ ਹੈ ਅਤੇ ਪਰਮਾਤਮਾ ਪ੍ਰਭ ਮੇਰਾ ਅੰਤਰਜਾਮੀ ਜਾਨ ਹੈ। ਸੋ ਦੂਸਰੇ ਨੂੰ ਦਾ ਝੂਠ ਕਰਕੇ ਆਪਾਂ ਉਮਰ ਗਲਾ ਸਕਦੇ ਹਾਂ, ਪਰ ਪ੍ਰਭੂ ਤੋਂ ਕੋਈ ਓਹਲਾ ਨਹੀਂ ਰੱਖਿਆ ਜਾ ਸਕਦਾ। ਇਉਂ ਪੰਜੋ ਇੰਦਰੀ ਬਸ ਕਰ ਰੱਖੈ। ਜੋ ਪੰਜੇ ਹੀ ਇੰਦਰੀਆਂ ਨੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਰੱਖਦਾ। ਅੱਖਾਂ ਨੂੰ ਬਗਾਨਾ ਰੂਪ ਵੇਖਣ ਤੋਂ ਰੋਕਦਾ ਹੈ, ਪਰ ਤੇਰਾ ਰੂਪ ਨਾ ਵੇਖੈ ਨੇਤਰ। ਕਈ ਸਾਹਮਣੇ ਤਾਂ ਨਹੀਂ ਵੇਂਦੇ, ਪਰ ਚੋਰੀ ਚੋਰੀ ਮਿਰਗ ਅੰਗੂਰੀ ਖਾਏ। ਸੋ ਹਰਿਆ ਹਰਿਆ ਘਾਹ ਹਰਨ ਚੋਰੀ ਚੁਗਦਾ ਹੈ, ਪਰ ਇੱਕ ਦਿਨ ਦਾ ਫੜਿਆ ਜਾਏਗਾ। ਤੋ ਇਸ ਲਈ ਆਪਦੇ ਨੇਤਰਾਂ ਨੂੰ ਬਗਾਨੇ ਰੂਪ ਵੱਲੋਂ ਰੋਕਦਾ, ਜ਼ੁਬਾਨ ਨੂੰ ਨਿੰਦਿਆ ਵੱਲੋਂ ਰੋਕਦਾ, ਕੰਨਾਂ ਨੂੰ ਨਿੰਦਿਆ ਬੁਰੇ ਬਚਨ ਸੁਣਨ ਵੱਲੋਂ ਰੋਕਦਾ, ਹੱਥਾਂ ਨੂੰ ਚੋਰੀ ਯਾਰੀ ਆਦਿਕ ਤੋਂ ਰੋਕਦਾ, ਪੈਰਾਂ ਨੂੰ ਕਸੰਗਤ ਵੱਲੋਂ ਰੋਕਦਾ। ਇਉਂ ਪੰਜੇ ਹੀ ਇੰਦਰੀਆਂ ਨੂੰ ਕਾਬੂ ਦੇ ਵਿੱਚ ਰੱਖਦਾ ਹੈ। ਗੁਰ ਕੀ ਸਾਖੀ ਰੱਖੈ ਚੀਤ। ਅਤੇ ਸਤਿਗੁਰੂ ਦੀ ਸਿੱਖਿਆ ਆਪਣੇ ਮਨ ਦੇ ਵਿੱਚ ਚਿੱਤ ਵਿੱਚ ਸਾਂਭ ਕੇ ਰੱਖਦਾ ਹੈ। ਭਾਈ ਜੋਗਾ ਸਿੰਘ ਵਾਲੀ ਸਾਖੀ ਨੂੰ ਹਮੇਸ਼ਾ ਯਾਦ ਰੱਖਦਾ ਹੈ ਕਿ ਏਡਾ ਵੱਡਾ ਮਹਾਰਾਜ ਦਾ ਸਿੰਘ ਵੇਖੋ ਧੋਖਾ ਖਾ ਗਿਆ, ਅਤੇ ਕਲਗੀਧਰ ਮਹਾਰਾਜ ਨੇ ਉਹਨੂੰ ਝਿੜਕਿਆ, ਆਖਿਆ ਆਪਦਾ ਮੂੰਹ ਤਾਂ ਵੇਖ, ਸੋਹਣਾ ਬੜਾ ਤੇਰੇ ਦਾੜਾ ਹੈ, ਸੋਹਣੀ ਦਸਤਾਰ, ਤੂੰ ਤਾਂ ਆਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਜਾਪਦਾ, ਅਤੇ ਸਾਰੀ ਰਾਤ ਤੈਨੂੰ ਹੋ ਗਈ ਤਰਲੇ ਮਾਰਦਿਆਂ, ਉੱਪਰ ਕਿੱਥੇ ਤੂੰ ਜਾਣਾ ਚਾਹੁੰਦਾ? ਤੂੰ ਗੁਰੂ ਤੋਂ ਨਹੀਂ ਡਰਦਾ? ਜਾ ਦੌੜ ਜਾ ਇੱਥੋਂ, ਤੇਰੀ ਕੋਈ ਜਗ੍ਹਾ ਨਹੀਂ ਇੱਥੇ। ਫਿਰ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਦੱਸ ਭਾਈ ਜੋਗੀਆ, ਤੂੰ ਕਿੱਥੇ ਰਿਹਾ ਸੀ? ਸਾਰੀ ਗੱਲ ਸੰਗਤ 'ਚ ਦੱਸ। ਆਪ ਦਾ ਉਗਣ, ਆਪ ਦਾ ਗੁਨਾਹ ਜੇ ਸਾਰਿਆਂ ਦੇ ਸਾਹਮਣੇ ਦੱਸ ਦਈਏ ਅਤੇ ਫਿਰ ਆਪਣੇ ਆਪ ਹੀ ਉਹ ਖਤਮ ਹੋ ਜਾਂਦਾ। ਸ਼ਰਮ ਆਉਂਦੀ ਹੈ ਵੀ ਕੀ ਦੱਸਾਂਗੇ। ਇਉਂ ਗੁਰੂ ਘਰ ਦੀ ਮਰਜ਼ਾਦਾ ਹੈ ਕਿ ਪੰਜ ਸਿੰਘਾਂ ਨੂੰ ਆ ਕੇ ਸੱਚੋ ਸੱਚ ਦੱਸ ਦੇਣਾ, ਗਲਤੀ ਹੋਈ ਹੈ ਅਤੇ ਸੱਚ ਬੋਲ ਦੇਣਾ, ਜਿਸ ਦੇ ਨਾਲ ਗੁਰੂ ਸਾਹਿਬ ਦੇ ਘਰ ਮਾਫੀ ਮਿਲ ਜਾਂਦੀ ਹੈ। ਜੋ ਸੱਚ ਨਹੀਂ ਦੱਸਦਾ ਉਹ ਗੁਨਾਹਗਾਰ ਹੈ। ਕਬੀਰ ਜੀ ਕਹਿੰਦੇ, ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ। ਜਿਹਨੇ ਆਪਾਂ ਝੂਠ ਬੋਲੇ ਨੇ, ਜਿਹਨੇ ਬੱਜਰ ਕੁਰੈਤਾਂ ਕੀਤੀਆਂ, ਪਾਪ ਉਪਦਰਵ ਕੀਤੇ, ਅਸੀਂ ਆਪਦੇ ਬੈਠਣ ਦੀ ਜਗ੍ਹਾ ਦਰੀ ਥੱਲੇ ਦੱਬ ਕੇ ਰੱਖੇ ਹੋਏ ਨੇ, ਕਿਸੇ ਨੂੰ ਦੱਸਦੇ ਨਹੀਂ ਹਾਂ ਕਿ ਪਤਾ ਨਾ ਚੱਲ ਜਾਏ ਸਾਡਾ ਕੀ ਹਾਲ ਹੋਵੇਗਾ। ਪਰ ਅੱਗੇ ਜਮ ਕਾ ਲੇਖਾ ਲੇਵੈ ਜੋ ਤਿਲ ਕਹਾਣੀ ਪੀੜ ਆਇੰਦਾ। ਅੱਗੇ ਯਮਦੂਤ ਜਦ ਪੁੱਛੇਗਾ ਫਿਰ ਕੀ ਜਵਾਬ ਦਿਆਂਗੇ? ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਭ ਜਾ ਪੁੱਛੇ ਧਰਮ ਰਾਏ। ਜਦ ਧਰਮ ਰਾਜਾ ਪੁੱਛੇਗਾ ਤਾਂ ਸਾਰੇ ਹੀ ਆਪਣੇ ਆਪ ਪ੍ਰਗਟ ਹੋ ਜਾਣਗੇ। ਇੱਕ ਪਿੰਡ ਦਾ ਮੋਹਤਬਾਰ ਹਰ ਮੱਸਿਆ ਦੀ ਮੱਸਿਆ ਤਰਨ ਤਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਵਾਸਤੇ ਆਉਂਦਾ। ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਝੂਠ ਨਹੀਂ ਛੁੱਟਦਾ, ਕੋਈ ਤਰੀਕਾ ਦੱਸੋ, ਕਿਉਂਕਿ ਅਸੀਂ ਗ੍ਰਸਤੀ ਬੰਦੇ ਹਾਂ, ਕਾਰੋਬਾਰ ਦੇ ਵਿੱਚ ਅਤੇ ਬਾਕੀ ਮੀਟਿੰਗਾਂ ਫੈਸਲਾ ਕਰਾਉਣ ਵਿੱਚ ਝੂਠ ਸੱਚ ਬੋਲਣਾ ਪੈਂਦਾ। ਮਹਾਰਾਜ ਕਹਿੰਦੇ ਇਉਂ ਕਰੋ, ਜੇ ਝੂਠ ਨਹੀਂ ਛੁੱਟਦਾ ਤਾਂ ਨਾ ਛੁੱਟੇ, ਬੋਲੀ ਜਾਓ, ਪਰ ਇੱਕ ਬੇਨਤੀ ਜ਼ਰੂਰ ਮੰਨੋ ਕਿ ਉਹਨੂੰ ਡਾਇਰੀ 'ਤੇ ਲਿਖੀ ਜਾਓ ਕਿ ਅੱਜ ਆਹ ਝੂਠ ਬੋਲਿਆ ਹੈ। ਜਦ ਤੁਸੀਂ ਮੱਸਿਆ ਵਾਲੇ ਦਿਨ ਇੱਥੇ ਆਉਂਦੇ ਹੋ ਅਤੇ ਸਟੇਜ 'ਤੇ ਖੜ੍ਹੇ ਹੋ ਕੇ ਲੋਕਾਂ ਵੱਲ ਮੂੰਹ ਕਰਕੇ ਸਾਰਾ ਆਪਦਾ ਝੂਠ ਦੱਸੋ ਕਿ ਫਲਾਣੇ ਸਮੇਂ ਫਲਾਣੇ ਦਿਨ ਮੈਂ ਆਹ ਝੂਠ ਬੋਲਿਆ ਸੀ। ਨਾ ਛੱਡੋ, ਬੋਲੀ ਜਾਓ, ਪਰ ਦੱਸੋ ਸਹੀ, ਕਿਉਂਕਿ ਕੋਈ ਵੀ ਗਲਤੀ ਨੂੰ ਜਾਂ ਝੂਠ ਨੂੰ ਆਪਾਂ ਛੁਪਾਵਾਂਗੇ ਅਤੇ ਉਹ ਪਾਪ ਬਣ ਜਾਏਗਾ।
ਜੇ ਦੱਸ ਦਿਆਂਗੇ ਕੀ ਪਤਾ ਮਾਫੀ ਮਿਲ ਹੀ ਜਾਏ। ਗਲਤੀ ਤਾਂ ਹਰੇਕ ਕੋਲੋਂ ਹੁੰਦੀ ਹੈ। ਤਾਂ ਉਹਨਾਂ ਨੇ ਇੱਕ ਵਾਰ ਦੱਸਿਆ ਅਤੇ ਫਿਰ ਘਟ ਗਿਆ। ਸ਼ਰਮ ਆਏ ਵੀ ਲੋਕ ਕੀ ਕਹਿਣਗੇ, ਮੋਹਤਬਰ ਬੰਦਾ ਇੰਨਾ ਝੂਠ ਬੋਲਦਾ। ਦੂਜੀ ਵਾਰ ਦੱਸਿਆ, ਤੀਸਰੀ ਵਾਰ ਬਿਲਕੁਲ ਹੀ ਖ਼ਤਮ ਹੋ ਗਿਆ। ਤੋ ਇੰਜ ਕੋਈ ਵੀ ਗਲਤੀ ਹੁੰਦੀ ਹੈ ਅਤੇ ਉਹ ਪੰਜਾਂ ਪਿਆਰਿਆਂ ਨੂੰ ਜ਼ਰੂਰ ਦੱਸ ਕੇ ਉਹਦੀ ਮਾਫੀ ਲੈਣੀ ਹੈ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਇਨਸਾਨ ਗੁਰੂ ਦੀ ਸਾਖੀ ਨੂੰ ਯਾਦ ਰੱਖਦਾ ਕਿ ਭਾਈ ਜੋਗਾ ਸਿੰਘ ਪਕੜਿਆ ਗਿਆ ਸੀ ਅਤੇ ਕਲਗੀਧਰ ਮਹਾਰਾਜ ਨੇ ਉਹਦੇ ਕੰਨ ਪੁੱਟੇ ਸਨ, ਅਤੇ ਉਹਨੇ ਫਿਰ ਮਾਫੀ ਮੰਗੀ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰੇ ਬੱਚਿਆਂ ਕੋ ਹਾਏ ਦੇਵੇ, ਦੇਸ਼ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਇਉਂ ਕਹਿੰਦੇ ਪੰਚੋਂ ਇੰਦਰੀ ਬਸ ਕਰ ਰਾਖੈ, ਗੁਰ ਕੀ ਸਾਖੀ ਰਾਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਜਿਹੜਾ ਮਹਾਰਾਜ ਜੀ ਦੀ ਸਾਖੀ ਨੂੰ ਆਪਦੇ ਚਿੱਤ ਵਿੱਚ ਰੱਖਦਾ ਉਹ ਕਦੀ ਅਲੀਆ ਜਾਗਤ ਰਹਿਣ ਅਲੀਆ ਪੱਖ ਹੈ। ਉਹ ਕਦੀ ਝੂਠ ਨਹੀਂ ਬੋਲਦਾ, ਆਪਦੀ ਅੰਦਰੀਆਂ ਨੂੰ ਆਪ ਦੇ ਅਧੀਨ ਰੱਖਦਾ, ਆਪਦਾ ਮਨ ਅਤੇ ਆਪਦਾ ਸਰੀਰ ਪ੍ਰਭੂ ਦੇ ਪਿਆਰ ਤੋਂ ਸਦਕੇ ਕਰ ਦਿੰਦਾ ਹੈ। ਇੱਕ ਵਾਰ ਮਾਤਾ ਅਜੀਤ ਕੌਰ ਜੀ ਕਲਗੀਧਰ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ। ਜਦ ਮਹਾਰਾਜ ਮਹਿਲਾਂ ਵਿੱਚ ਆਏ, ਆਖਿਆ ਸੱਚੇ ਪਾਤਸ਼ਾਹ, ਜਿਹੜੇ ਜੋਗੀ ਲੋਕ ਨੇ ਉਹ 10ਵੇਂ ਦੁਆਰ ਨੂੰ ਬੜੀ ਅਹਿਮੀਅਤ ਦਿੰਦੇ ਨੇ। 10ਵਾਂ ਦੁਆਰ ਹੀ ਕਿਤੇ ਦਰਸ਼ਨ ਕਰਾਓ ਜੀ। ਵੱਡੇ ਭਾਗਾਂ ਨਾਲ ਤੁਹਾਡੇ ਚਰਨਾਂ ਦੀ ਸੇਵਾ ਮਿਲੀ ਹੈ, ਤੁਹਾਡੇ ਘਰ ਵਿੱਚ ਆਏ ਹਾਂ ਅਤੇ ਤੁਸੀਂ ਪ੍ਰਭੂ ਦਾ ਰੂਪ ਹੋ, ਕਿਤੇ 10ਵੇਂ ਦੁਆਰ ਦੇ ਦਰਸ਼ਨ ਕਰਾਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਅਜੀਤ ਕੌਰ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਯੋਗਾ ਅਭਿਆਸ ਨਹੀਂ, ਗੁਰਮਤਿ ਯੋਗ ਦੀ ਬਖਸ਼ਿਸ਼ ਕੀਤੀ ਹੈ, ਹਠ ਯੋਗ ਦੇ ਵਿੱਚ ਨਹੀਂ ਜੋੜਿਆ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਸਵਤੇ ਸੇ ਦਰਸ਼ਨ ਕਰਾ ਦੇਣ ਤਾਂ ਚੜ੍ਹਦੀ ਕਲਾ, ਅਤੇ ਜੇ ਨਹੀਂ ਤਾਂ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। ਤੁਸੀਂ ਨਾਮ ਦੇ ਵਿੱਚ ਚਿੱਤ ਜੋੜੋ। ਕਹਿੰਦੇ ਜੀ ਉਹ ਤਾਂ ਅਸੀਂ ਨਿਤਨੇਮ ਕਰਦੇ ਹਾਂ, ਜਿੰਨਾ ਤੁਸੀਂ ਕਰਾਉਂਦੇ ਹੋ ਉਹਨਾਂ ਰੱਬ ਰੱਬ ਕਰੀਦਾ, ਅਤੇ ਪਰ ਜ਼ਰੂਰੀ ਬੇਨਤੀ ਹੈ, ਕਿਰਪਾ ਕਰੋ 10ਵੇਂ ਦੁਆਰ ਦੇ ਦਰਸ਼ਨ ਕਰਾਓ। ਮਹਾਰਾਜ ਕਹਿੰਦੇ ਚੰਗਾ, ਫਿਰ ਚੌਂਕੜਾ ਮਾਰ ਕੇ ਬੈਠ, ਅੱਖਾਂ ਬੰਦ ਕਰ ਲਾ, ਸੱਜੀ ਨਾਸਕਾ ਥਾਣੀ ਸਵਾਸ ਉੱਪਰ ਚੜ੍ਹਾ ਅਤੇ ਖੱਬੀ ਥਾਣੀ ਹੇਠਾਂ ਨੂੰ ਉਤਾਰ। ਇੰਝ ਇਹ ਸਵਾਸ ਦੀ ਪ੍ਰਕਿਰਿਆ ਚਲਾ। ਕਹਿੰਦੇ ਜੀ 7 ਬਚਨ। ਕਹਿੰਦੇ ਮਹਾਰਾਜ ਇਸ ਤਰ੍ਹਾਂ ਹੋ ਰਿਹਾ। ਕਹਿੰਦੇ ਹੁਣ ਇੰਝ ਕਰ, ਖੱਬੀ ਨਾਸਕਾ ਥਾਣੀ ਸਵਾਸ ਉੱਤੇ ਨੂੰ ਚਾੜ ਅਤੇ ਸੱਜੀ ਥਾਣੀ ਹੇਠਾਂ ਨੂੰ ਉਤਾਰ। ਅਤੇ ਮਹਾਰਾਜ ਕਹਿੰਦੇ ਨੇ ਵੀ ਇਉਂ ਕਰ, ਜਿਹੜੀ ਪ੍ਰਵੱਟਿਆਂ ਦੇ ਵਿਚਕਾਰਲੀ ਤ੍ਰਿਕੁਟੀ ਵਾਲੀ ਜਗ੍ਹਾ ਹੈ, ਇੱਥੇ ਸਵਾਸ ਨੂੰ ਟਿਕਾਉਣਾ ਕਰ। ਸੁਖਮਨਾਂ ਦੇ ਵਿੱਚ, ਸੁਖਮਨਾਂ ਦੇ ਵਿੱਚ ਸਵਾਸ ਜਦ ਟਿਕ ਗਏ, ਕਹਿੰਦੇ ਹੁਣ ਤ੍ਰਿਕੁਟੀ ਫੋਰ ਭਰਮ ਭੋ ਭਾਗਾ ਲਜ ਭਾਨੀ ਮਟਕੀ ਮਾਠ। ਜੋ 10ਵੇਂ ਦੁਆਰ ਦਾ ਦਰਵਾਜ਼ਾ ਇਹ ਮੰਨਿਆ ਗਿਆ ਹੈ, ਅਤੇ ਇਹਦੇ 'ਤੇ ਜ਼ੋਰ ਮਾਰ ਕੇ ਇਹਨੂੰ ਭੰਨ। ਸਵਾਸਾਂ ਦਾ ਜ਼ੋਰ ਮਾਰਿਆ, ਦਰਵਾਜ਼ਾ ਟੁੱਟ ਗਿਆ। ਕਹਿੰਦੇ ਹੁਣ ਕਿੱਥੇ ਹੈ? ਕਹਿੰਦੇ ਜੀ 10ਵੇਂ ਦੁਆਰ ਵਿੱਚ ਪਹੁੰਚ ਗਈ। ਮਹਾਰਾਜ ਕਹਿੰਦੇ ਇੱਥੇ ਕੀ ਕੁਛ ਹੈ? ਅਤੇ ਕਹਿੰਦੇ ਜੀ ਤੇ ਅਨੇਕ ਰੂਪ ਨਾਉ ਨਮ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਵਾਜੇ ਗਾਜੇ ਵੱਜ ਰਹੇ ਨੇ,
ਬੜਾ ਰਾਗ ਰੰਗ ਹੈ, ਬੜਾ ਹੀ ਆਨੰਦ ਹੈ। ਸਾਹਿਬ ਕਹਿਣ ਲੱਗੇ ਕਿ ਇੱਕ ਰਸ ਹੈ ਕਿ ਘੱਟ ਦਾ ਵਾਧਾ। ਕਹਿੰਦੇ ਜੀ ਜਦ ਇਕਾਂਤ ਹੋਵੇ, ਇਕਾਗਰਤਾ ਹੋਵੇ ਤਾਂ ਜ਼ਿਆਦਾ ਆਨੰਦ ਹੈ, ਜੇ ਰੌਲਾ ਹੋਵੇ ਤਾਂ ਘਟ ਵੀ ਜਾਂਦਾ। ਇੱਕ ਰਸ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੂੰ ਇੰਝ ਕਰ, ਇਹਨਾਂ ਆਵਾਜ਼ਾਂ ਦੇ ਵਿੱਚੋਂ ਵਾਹਿਗੁਰੂ 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 ਨਾਮ ਦੀ ਆਵਾਜ਼ ਸੁਣ। ਜਿਸ ਤਰ੍ਹਾਂ ਜੋੜੀ ਵੱਜਦੀ ਹੈ, ਵਾਜਾ ਵੱਜਦਾ ਹੈ, ਰਾਗੀ ਸਿੰਘ ਸਾਜ਼ ਵਜਾਉਂਦੇ ਨੇ ਅਤੇ ਨਾਲ ਨਾਲ ਗੁਰਬਾਣੀ ਦੇ ਸ਼ਬਦ ਪੜ੍ਹਦੇ ਨੇ। ਜੇ ਨਿਰਾ ਹੀ ਹਾ ਹੂ ਹੂ ਕਰੀ ਜਾਏ, ਸਾਜ਼ ਹੀ ਵਜਾਈ ਜਾਏ, ਨਾਲ ਪੜ੍ਹੇ ਕੋਈ ਨਾ, ਤਾਂ ਕੋਈ ਲਾਭ ਨਹੀਂ ਹੈ। ਇਉਂ ਸਾਜ਼ ਸੁਣਨ ਦੀ ਬਜਾਏ, ਸੰਗੀਤ ਸੁਣਨ ਦੀ ਬਜਾਏ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣੇ। ਕਹਿੰਦੇ ਜੀ ਸਤ ਬਚਨ ਜਦ ਵਾਹਿਗੁਰੂ ਮੰਤਰ ਦੀ ਧੁਨੀ ਸੁਣੀ, ਇੰਨਾ ਆਨੰਦ ਆਇਆ। ਮਹਾਰਾਜ ਕਹਿੰਦੇ ਕੈਸਾ ਆਨੰਦ ਹੈ? ਕਹਿੰਦੇ ਜੀ ਇਹ ਤਾਂ 1000 ਗੁਣਾ ਵੱਧ ਆਨੰਦ ਹੈ। ਤੇ ਇੱਕ ਰਸ ਹੈ, ਨਾ ਟੁੱਟਦਾ ਨਾ ਮੁੱਕਦਾ, ਸਮੁੰਦਰ ਦੀ ਤਰ੍ਹਾਂ ਥਾਂ ਹੈ। ਸੋ ਪਾਤਸ਼ਾਹ ਜੀ ਕਹਿਣ ਲੱਗੇ, ਹੇ ਅਜੀਤ ਕੌਰ, ਜੇ 10ਵੇਂ ਦੁਆਰ ਵਿੱਚ ਪਹੁੰਚ ਕੇ ਵੀ ਨਾਮ ਦੇ ਵਿੱਚ ਹੀ ਆਨੰਦ ਹੈ, ਤੇ ਤੈਨੂੰ ਤਾਂ ਪਹਿਲਾਂ ਹੀ ਆਖਿਆ ਸੀ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਦੇ ਵਿੱਚ ਕੋਈ 10ਵੇਂ ਦੁਆਰ ਦੀ ਇੰਨੀ ਖਾਸ ਅਹਿਮੀਅਤ ਨਹੀਂ ਹੈ। ਕਈਆਂ 10ਵੇਂ ਦੁਆਰ ਨੂੰ ਹੀ ਸਿਰ ਉੱਪਰ ਚੜਾਇਆ ਹੁੰਦਾ। ਅਤੇ ਜੋਗੀ ਲੋਕ ਵੇਖੋ, ਮਛੰਦਰ ਨਾਥ ਨੂੰ 10ਵੇਂ ਦੁਆਰ ਦਾ ਹੀ ਪ੍ਰਾਪਤੀ ਸੀਗੀ, ਪਰ ਉਹਦਾ ਮਨ ਨਿਰਮਲ ਨਹੀਂ ਸੀ। 10ਵੇਂ ਦੁਆਰ ਦੇ ਵਿੱਚ ਜਿਸ ਤਰ੍ਹਾਂ ਲੋਕ ਸੰਗੀਤ ਸੁਣਦੇ ਨੇ, ਫਿਲਮਾਂ ਵੇਖਦੇ ਨੇ, ਇਉਂ ਜੋਗੀ ਲੋਕ 10ਵੇਂ ਦੁਆਰ ਦੇ ਵਿੱਚ ਬੈਠ ਕੇ ਫਿਲਮਾਂ ਵੇਖਣ ਲੱਗ ਪੈਂਦੇ। ਅੱਜ ਕੱਲ੍ਹ ਤਾਂ ਸਾਇੰਸ ਦੇ ਸਾਧਨ ਨੇ, ਉਹ ਕੇਬਲ ਟੀਵੀ ਜਾਂ ਮੋਬਾਇਲ 'ਤੇ ਜੋ ਮਰਜ਼ੀ ਵੇਖੀ ਜਾਓ। ਪੁਰਾਣਾ ਟਾਈਮ ਇਸ ਤਰ੍ਹਾਂ ਦਾ ਨਹੀਂ ਸੀਗਾ। ਲੋਕ ਪੁੱਜ ਕੇ ਜਾਂਦੇ ਵੇਸਵਾ ਦੇ ਅਖਾੜੇ 'ਚ। ਜੋਗੀਆਂ ਨੇ ਕੀ ਕਰਨਾ, ਆਪਦੇ 10ਵੇਂ ਦੁਆਰ 'ਚ ਫਿਲਮਾਂ ਵੇਖੀ ਜਾਣੀਆਂ, ਕਿੱਥੇ ਵੇਸਵਾ ਨੱਚ ਰਹੀ ਹੈ, ਕਿੱਥੇ ਕੀ ਹੋ ਰਿਹਾ। ਕੋਈ ਚੰਗਾ ਕੰਮ ਥੋੜ੍ਹਾ ਆ ਕਿਸੇ ਦੇ ਪਰਦੇ ਨੂੰ ਦੇਖਣਾ। ਬਿਲਕੁਲ ਸੱਚੀ ਗੱਲ ਜੇ, ਮੈਂ ਝੂਠ ਨਹੀਂ ਜੇ ਬੋਲਦਾ, ਕਿਉਂਕਿ ਜੋ ਕੁਝ ਲਿਖਿਆ ਉਹਦੇ ਵਿੱਚ ਆਪਾਂ ਪੜ੍ਹ ਕੇ ਤੁਹਾਨੂੰ ਸੁਣਾ ਰਹੇ ਹਾਂ। ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਸੰਤ ਆ ਰੋਪੜ ਦੇ ਕੋਲ ਜਥੇ ਸਮੇਤ ਤੁਰੇ ਜਾ ਰਹੇ ਸਨ। ਇੱਕ ਜਗ੍ਹਾ ਤੋਂ ਕਥਾ ਜਾਂ ਦੂਜੀ ਜਗ੍ਹਾ ਕਰਨ ਜਾਂਦੇ ਤਾਂ ਤੁਰ ਕੇ ਹੀ ਜ਼ਿਆਦਾ ਸਫ਼ਰ ਕਰਦੇ ਸਨ। ਇੱਕ ਜੋਗੀ ਭੁੱਖਾ ਨੰਗਾ ਜਿਹਾ, ਨਾ ਉਹਦੇ ਸਿਰ 'ਤੇ ਕੱਪੜਾ, ਨਾ ਉਹਦੇ ਤੇੜ, ਨਾ ਗੱਲ, ਨਾ ਬਾਤ, ਅਤੇ ਨਾਗਾ ਜਿਹਾ ਉਹ ਹੀ ਮੰਗਤਾ ਜਿਹਾ ਸੜਕ ਦੇ ਕਿਨਾਰੇ 'ਤੇ ਬੈਠਾ, ਐਵੇਂ ਹੀ ਦੰਦੀਆਂ ਜਿਹੀਆਂ ਕੱਢੀ ਜਾਏ, ਆਪਦੀ ਬੂਥੀ ਜੀ ਖਰਾਈ ਜਾਏ, ਅਤੇ ਵੇਖਣ ਨੂੰ ਜਾਪੇ ਵੀ ਬਹੁਤ ਵੱਡਾ ਫਕੀਰ, ਬੜਾ ਸਾਧ ਹੈ, ਅਤੇ ਉਹ ਆਪਦੇ ਆਪ ਜੀ ਹੱਸੀ ਜਾਏ, ਅੱਖਾਂ ਉਹਦੀਆਂ ਬੰਦ। ਮਹਾਂਪੁਰਖ ਕਹਿੰਦੇ, ਖਾਲਸਾ ਜੀ, ਸਿੰਘ ਜੀ, ਆਹ ਜੋਗੀ ਬਾਰੇ ਪਤਾ ਵੀ ਇਹ ਕੌਣ? ਕਹਿੰਦੇ ਜੀ ਨਹੀਂ। ਕਹਿੰਦੇ ਉਹ ਦੰਦੀਆਂ ਕੱਢ ਰਿਹਾ। ਪਤਾ ਕੀ ਵੇਖ ਰਿਹਾ? ਦੱਸਾਂ? ਕਹਿੰਦੇ ਜੀ ਦੱਸੋ। ਕਹਿੰਦੇ 10ਵੇਂ ਦੁਆਰ ਦੇ ਵਿੱਚ ਹੈ। 10ਵੇਂ ਦੁਆਰ ਦੇ ਵਿੱਚ ਸਾਰਾ ਕੁਝ ਦਿਖਦਾ ਬੰਦੇ ਨੂੰ। ਅਤੇ ਜੇ ਪੁੱਠੇ ਕੰਮ 'ਚ ਪੈ ਗਿਆ, ਇਹ ਦਿੱਲੀ ਪਹੁੰਚਿਆ ਹੋਇਆ, ਦਿੱਲੀ ਵੇਸਵਾ ਦਾ ਅਖਾੜਾ ਲੱਗਾ ਹੋਇਆ, ਤੇਜ਼ ਹਵਾ ਆਈ, ਹਵਾ ਦੇ ਨਾਲ ਨੱਚਦੀ ਦਾ ਉਹ ਜਿਹੜਾ ਘੱਗਰਾ ਸੀ ਉੱਪਰ ਨੂੰ ਹੋ ਗਿਆ, ਅਤੇ ਉਹਦਾ ਨੰਗੇਜ ਵੇਖ ਕੇ ਹੱਸ ਰਿਹਾ। ਮੈਨੂੰ ਮਾਫ਼ ਕਰਨਾ। ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਈਓ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਨਾਲ ਰਹਿਤ ਦਿੱਤੀ ਹੈ। ਅੰਮ੍ਰਿਤ ਤਾਂ ਦੇਵਤਿਆਂ ਨੇ ਵੀ ਪੀਤਾ ਸੀਗਾ, ਪਰ ਉਹਨਾਂ ਦੀ ਰਹਿਤ ਕੋਈ ਨਹੀਂ ਸੀਗੀ, ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਸੀਗਾ। ਜੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਇਆ ਹੁੰਦਾ ਖੀਰ ਸਮੁੰਦਰ 'ਚੋਂ ਕੱਢ ਕੇ, ਅਤੇ ਮਹਾਰਾਜ ਨਾਲ ਦੱਸਦੇ ਵੀ ਨਿਕੰਮਿਓ, ਬੁਰੀ ਨਿਗਾਹ ਨਹੀਂ ਕਰਨੀ ਕਿਸੇ ਦੇ ਘਰ ਵੱਲ, ਕਰੈਤਾਂ ਤੋਂ ਬਚ ਕੇ ਰਹਿਣਾ, ਕਕਾਰਾਂ ਨੂੰ ਪਹਿਨਣਾ ਹੈ, ਆਪਦੀ ਪਹਿਚਾਣ ਬਣਾਓ। ਕੋਈ ਕੁੱਤਾ ਬਣਿਆ, ਕੋਈ ਬਿੱਲਾ ਬਣਿਆ, ਕੋਈ ਕੁੱਕੜ ਬਣ ਕੇ ਬਾਂਗ ਦੇ ਰਿਹਾ, ਕੋਈ ਕੁਛ ਕੋਈ ਕੁਛ। ਇਹ ਕੋਈ ਕੰਮ ਥੋੜ੍ਹਾ ਆ ਅੰਮ੍ਰਿਤਧਾਰੀਆਂ ਦਾ। ਇੰਦਰ ਨੇ ਕੀ ਕੀਤਾ ਸੀ? ਬਿੱਲਾ ਬਣ ਕੇ ਗਿਆ ਸੀ ਗੌਤਮ ਦੇ ਘਰ। ਇਹ ਕੋਈ ਦੇਵਤੇ ਦਾ ਕੰਮ ਹੈ? ਦੱਸੋ। ਸਵਰਗਾਂ ਦਾ
ਰਾਜਾ ਹੋਵੇ ਤੇ ਬਿੱਲਾ ਬਣੀ ਫਿਰੇ, ਲੋਕਾਂ ਦੇ ਘਰ ਤੁਰਿਆ ਫਿਰੇ। ਚੰਦਰਮਾ ਕੁੱਕੜੀ ਬਣਿਆ ਸੀ। ਜਿਹੜਾ ਸਿੰਘ ਹੈ ਮਨ ਉਹਦੇ ਸਿਰ 'ਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ। ਗੁਰਦੁਆਰੇ ਦਾ ਨਿਸ਼ਾਨ ਸਾਹਿਬ ਗੁਰਦੁਆਰੇ ਦੀ ਪਹਿਚਾਣ ਹੈ। ਸਿਰ 'ਤੇ ਗੁਰਦੁਆਰਾ ਬਣਾ ਦਿੱਤਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੰਦਾ ਹਜ਼ਾਰਾਂ ਲੱਖਾਂ 'ਚ ਖਲੋਤਾ ਹੋਵੇ, ਨਿਹੰਗ ਸਿੰਘ ਵੱਖਰਾ ਹੀ ਦਿਸੂਗਾ। ਉਹ ਬੰਦਾ ਕਿੱਥੇ ਬੁਰਾ ਕੰਮ ਕਰੂ ਦੱਸੋ ਮੈਨੂੰ। ਫਰਲੇ ਵਾਲਾ ਉੱਪਰ ਦੀ ਗਾਤਰਾ ਪਵਾਤਾ, ਸੋਹਣਾ ਬਾਣਾ ਪਵਾਇਆ, ਉਹ ਸਾਰਿਆਂ 'ਚ ਪਹਿਚਾਣਿਆ ਜਾਊ। ਬਾਣੀ ਬਾਣਾ ਪੰਖ ਪਛਾਣੂ, ਸਿੰਘ ਗੁਰੂ ਦਾ ਪੰਛੀ ਜਾਣੂ। ਇਹ ਪੰਜਾਂ ਕਾਰਾਂ ਦੀ ਰਹਿਤ ਦਿੱਤੀ, ਚੌਂ ਬਜਰ ਕਰਾਤਾਂ ਤੋਂ ਬਚ ਕੇ ਰਹਿਣ ਦੀ ਆਗਿਆ ਦਿੱਤੀ। 10ਵੇਂ ਦਵਾਰ ਨੂੰ ਟੰਮਣੇ 'ਤੇ ਨਹੀਂ ਚੜਾਇਆ। ਬੰਦੇ ਦਾ ਜੀਵਨ ਹੋਣਾ ਚਾਹੀਦਾ ਜਿਹਦੇ ਅਸੂਲ ਨਹੀਂ, ਡਿਸਿਪਲਨ ਨਹੀਂ, ਪ੍ਰਿੰਸੀਪਲ ਨਹੀਂ, ਉਹ ਬੰਦਾ ਕਾਹਦਾ। ਸਿੱਖ ਨਾਮ ਸਾਧ ਸੰਗਤ ਜੀਓ ਕਿਸੇ ਸਰੀਰ ਦਾ ਨਹੀਂ ਹੈ। ਸਿੱਖ ਤਾਂ ਅਸੂਲਾਂ ਦਾ ਨਾਮ ਹੈ। ਜਿਹਨੇ ਅਸੂਲਾਂ 'ਚ ਪਰਪੱਕਤਾ ਕੀਤੀ ਹੈ, ਆਪਦੇ ਨਿਯਮਾਂ ਨੂੰ ਪਾਲਿਆ, ਸਿੱਖੀ ਸਿੱਖਿਆ ਗੁਰ ਵਿਚਾਰ, ਉਹੀ ਸਿੱਖ ਹੈ। ਸਿੱਖ ਜੰਮਦਾ ਨਹੀਂ, ਕੋਈ ਮਾਂ ਸਿੱਖ ਨੂੰ ਜਨਮ ਨਹੀਂ ਦਿੰਦੀ। ਸਿੱਖ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਸਿੱਖਿਆ ਲੈ ਕੇ ਬਣਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਚਿਰ ਆਪ ਦੇ ਨਾਮ ਨਾਲ ਸਿੰਘ ਨਹੀਂ ਲਵਾਇਆ ਜਿੰਨਾ ਚਿਰ ਅੰਮ੍ਰਿਤ ਨਹੀਂ ਛਕਿਆ। ਅਤੇ ਇਸ ਵਾਸਤੇ ਅਸੀਂ ਸਿੱਖਾਂ ਦੇ ਮੁੰਡੇ ਤਾਂ ਅਖਵਾਉਂਦੇ ਹਾਂ, ਪਰ ਦਾੜੀ ਸਾਡੇ ਮੂੰਹ 'ਤੇ ਨਹੀਂ, ਕੇਸ ਉੱਪਰ ਨਹੀਂ, ਗਾਤਰੇ ਕਿਰਪਾਨ ਨਹੀਂ, ਗੁਰੂ ਦੀ ਮਰਯਾਦਾ ਨਹੀਂ, ਅਸੂਲ ਨਹੀਂ, ਪ੍ਰਿੰਸੀਪਲਾਂ ਦੀ ਪਾਲਣਾ ਨਹੀਂ, ਤੋ ਜੰਮਦੇ ਸਿੱਖ ਨਹੀਂ ਹਾਂ। ਇਹ ਗੱਲ ਵਿਚਾਰਨੀ ਚਾਹੀਦੀ ਹੈ। 9 ਪਾਤਸ਼ਾਹੀਆਂ ਤੱਕ ਭਾਵੇਂ ਬਾਹਮਣ ਵੀ ਮਹਾਰਾਜ ਦੀ ਸਿੱਖਿਆ ਮੰਨਦੇ, ਉਹ ਵੀ ਸਿੱਖ ਬਣ ਜਾਂਦੇ। ਮੁਸਲਮਾਨ ਵੇਖੋ, ਬਾਬਾ ਫਰੀਦ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਬ੍ਰਾਹਮਣਾਂ ਦੀ ਬਾਣੀ ਦਰਜ ਹੈ। ਉਹਨਾਂ ਦੇ ਅਸੂਲ ਸੀਗੇ, ਸਿਧਾਂਤਾਂ ਦੀ ਪਾਲਣਾ ਉਹਨਾਂ ਨੇ ਕੀਤੀ ਅਤੇ ਗੁਰੂ ਜੀ ਨੂੰ ਭਾ ਗਏ ਅਤੇ ਪ੍ਰਭੂ ਪ੍ਰਾਪਤੀ ਵਾਲਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਗਈ। ਅਤੇ ਇਸ ਲਈ ਮਛੰਦਰ ਨਾਥ ਜਿਹੜਾ ਗੋਰਖ ਦਾ ਗੁਰੂ ਸੀਗਾ, ਬਾਲ ਗੁੰਦਾਈ ਦੇ ਨਾਲ ਇਹਦਾ ਝਗੜਾ ਹੋ ਗਿਆ। ਹਰੇਕ ਇਨਸਾਨ ਦੀ ਕਮਜ਼ੋਰੀ ਹੁੰਦੀ ਹੈ। ਗੋਰਖ ਬੋਲਣੋਂ ਨਾ ਹਟੇ। ਬਾਲ ਗੁੰਦਾਈ ਅੰਤਰਜਾਮੀ ਸੀ। ਕਹਿਣ ਲੱਗਾ, ਤੂੰ ਵੱਡਾ ਗਿਆਨੀ ਬਣ ਰਿਹਾ, ਆਪਦੇ ਗੁਰੂ ਨੂੰ ਤਾਂ ਸੰਭਾਲ। ਤੇਰਾ ਗੁਰੂ ਕਿੱਥੇ ਤੁਰਿਆ ਫਿਰਦਾ ਪਤਾ ਤੈਨੂੰ? ਕਹਿੰਦਾ ਨਹੀਂ। ਕਹਿੰਦਾ ਉਹ ਸੰਗਲਾ ਦੀਪ ਦੇ ਰਾਜੇ ਜਿਹੜਾ ਮਰਿਆ ਹੋਇਆ ਅਮਰੂ ਦੀ ਮੁਰਦਾ ਦੇਹ ਦੇ ਵਿੱਚ ਵੜ ਕੇ ਉੱਥੋਂ ਦੇ ਪਦਮਨੀ ਜਾਤ ਦੀਆਂ ਇਸਤਰੀਆਂ ਦਾ ਸੁੱਖ ਲੈ ਰਿਹਾ। ਜਾ ਕੇ ਆਪਦੇ ਪਹਿਲਾਂ ਗੁਰੂ ਨੂੰ ਸੰਭਾਲ, ਫਿਰ ਮੇਰੇ ਨਾਲ ਗੱਲ ਕਰੀ। ਕਹਿੰਦਾ ਉਹ ਤਾਂ ਸਮਾਧੀ ਲਾ ਕੇ ਕਹਿੰਦੇ ਬੈਠਾ ਹੋਇਆ। ਕਹਿੰਦੇ ਸਮਾਧੀ ਸਮੂਧੀ ਨਹੀਂ ਲਾਈ, ਉਹ ਤਾਂ ਵਿਕਾਰ ਕਰ ਰਿਹਾ ਹੈ। ਗੋਰਖ ਨੂੰ ਬਹੁਤ ਪਰੇਸ਼ਾਨੀ ਹੋਈ ਅਤੇ ਉਹ ਗਿਆ ਸੰਗਲਾ ਦੀਪ ਦੇ ਵਿੱਚ। ਜਿਸ ਵਕਤ ਅੰਦਰ ਪ੍ਰਵੇਸ਼ ਕਰਨ ਲੱਗਾ, ਪਹਿਰੇਦਾਰਾਂ ਨੂੰ ਉਹਨੇ ਰੋਕਿਆ ਹੋਇਆ ਸੀ, ਕੋਈ ਕੰਨ ਪਾਟਾ ਜੋਗੀ, ਮੇਰੇ ਦੇਸ਼ ਵਿੱਚ ਨਹੀਂ ਆਉਣਾ ਚਾਹੀਦਾ। ਕਿਉਂਕਿ ਹਰੇਕ ਮਹਿਕਮੇ ਦੇ ਬੰਦੇ ਨੂੰ ਆਪਦੇ ਮਹਿਕਮੇ ਬਾਰੇ ਜਾਣਕਾਰੀ ਹੁੰਦੀ ਹੈ ਵੀ ਜੇ ਸਾਡੀ ਕੈਟਾਗਰੀ ਦਾ ਬੰਦਾ ਕੋਈ ਜੋਗੀ ਆ ਗਿਆ, ਮੈਨੂੰ ਪਹਿਚਾਣ ਲਊਗਾ। ਇਸ ਲਈ ਜੋਗੀਆਂ ਦੀ ਐਂਟਰੀ ਉਹਨੇ ਮਨ੍ਹਾ ਕੀਤੀ ਸੀ। ਇਹਨੇ ਸੋਚਿਆ ਵੀ ਮਨ੍ਹਾ, ਆਪਦੇ ਕੰਨ ਢੱਕੋ। ਤੋ ਇਸ ਤਰ੍ਹਾਂ ਪੇਸ ਵਟਾ ਕੇ ਕੰਨ, ਜਿਸ ਤਰ੍ਹਾਂ ਮਾਈਆਂ ਉੱਤੇ ਚੁੰਨੀ ਲੈਂਦੀਆਂ ਨੇ, ਇਸ ਤਰ੍ਹਾਂ ਆਪਦੇ ਮੁੰਦਰਾਂ ਵਾਲੇ ਕੰਨਾਂ ਨੂੰ ਢੱਕ ਕੇ ਪਹਿਰੇਦਾਰਾਂ ਨੂੰ ਭੁਲੇਖਾ ਪਾ ਕੇ ਅੰਦਰ ਪ੍ਰਵੇਸ਼ ਕਰ ਗਿਆ। ਫਿਰ ਦਰਬਾਰ ਦੇ ਵਿੱਚ ਕਿਵੇਂ ਜਾਏ? ਇਹਨੇ ਇੱਕ ਉਸਤਾਦ ਜਿਹੜਾ ਉੱਥੇ ਜਦ ਵੇਸਵਾ ਨੱਚਦੀ, ਬੀਬੀਆਂ ਦਾ ਨਾਚ ਹੁੰਦਾ, ਉੱਥੇ ਜੋੜੀ ਵਜਾਉਂਦਾ ਹੁੰਦਾ ਸੀ, ਉਹਦੇ ਪੈਰ ਪੁਰ ਗੋਡੇ ਘੁੱਟੇ। ਕਹਿਣ ਲੱਗੇ, ਉਸਤਾਦ ਜੀ ਮੈਨੂੰ ਜੋੜੀ ਸਿਖਾਓ। ਉਹਦਾ ਸ਼ਾਗਿਰਦ ਬਣ ਗਿਆ, ਜੋੜੀ ਸਿੱਖ ਲਈ। ਇੱਕ ਦਿਨ ਤਰਲੇ ਮਾਰਨ ਲੱਗਾ, ਜੀ ਮੈਨੂੰ ਵੀ ਰਾਜ ਦਰਬਾਰ ਦੇ ਦਰਸ਼ਨ ਕਰਾਓ। ਜਾਂ ਉਹ ਇੱਕ ਦਿਨ ਬਿਮਾਰ ਹੋ ਗਿਆ ਅਤੇ ਇਹਨੂੰ ਭੇਜ ਦਿੱਤਾ ਕਿ ਜਾਂ ਤੂੰ ਮੇਰੀ ਡਿਊਟੀ ਨਿਭਾਇਆ। ਜਾਂ ਤਾਂ ਉਹਦੇ ਨਾਲ ਗਿਆ ਜਾਂ ਉਹਦੇ ਤੋਂ ਅਲੱਗ ਗਿਆ, ਪਰ ਗਿਆ ਸਹੀ। ਜਿਸ ਵਕਤ ਉਹ ਨਾਚ ਗਾਣਾ ਹੋ ਰਿਹਾ ਸੀ ਅਤੇ ਇਹ ਦੰਦੀਆਂ ਜਿਹੀਆਂ ਖਰਾ ਰਿਹਾ ਸੀ, ਮਛੰਦਰ ਨਾਥ ਅਮਰੂ ਰਾਜੇ ਦੀ ਦੇਹ ਵਿੱਚ ਵੜ ਕੇ। ਦੁਨੀਆ ਨੂੰ ਭੁਲੇਖਾ ਸੀ ਵੀ ਅਮਰੂ ਰਾਜਾ ਹੀ ਹੈ। ਫਿਰ ਜਿਉਂਦਾ ਹੋ ਗਿਆ, ਪਰ ਸੀ ਉਹ ਮਛੰਦਰ ਨਾਥ।
ਵੇਖੋ ਏਡੀ ਵੱਡੀ ਸ਼ਕਤੀ ਵਾਲੇ ਬੰਦੇ ਵੀ ਕਿਹਨਾਂ ਕੰਮਾਂ 'ਚ ਪਏ। ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀ ਦੁਨੀਆ ਵਿੱਚ ਹੋਏ ਨੇ ਜਿਨ੍ਹਾਂ ਨੇ ਆਪ ਦਾ ਜਾਤ ਸਤ ਕਾਇਮ ਰੱਖਿਆ, ਨਹੀਂ ਤਾਂ ਸਭ ਢਿੱਲੇ ਮੱਠੇ ਹੋ ਗਏ। ਤਾਈਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਪੰਜਵੇਂ ਪਾਤਸ਼ਾਹ ਨੇ ਝੂਠ ਨਹੀਂ ਲਿਖਿਆ। ਆਪਦੇ ਪਿਓ ਨੂੰ ਸਾਰੇ ਵੱਡਾ ਕਹਿੰਦੇ ਨੇ, ਪਰ ਜਿੱਥੇ ਮਰਜ਼ੀ ਤੁਸੀਂ ਪੜ੍ਹ ਕੇ ਸੁਣ ਕੇ ਵੇਖ ਲਓ, ਗੁਰੂ ਨਾਨਕ ਸਾਹਿਬ ਵਰਗੇ ਅਸੂਲਾਂ ਦਾ ਪੱਕਾ ਕੋਈ ਦੁਨੀਆ ਵਿੱਚ ਪੈਦਾ ਨਹੀਂ ਹੋਇਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਵੱਡਾ ਕਿਉਂ ਹੈ ਗੁਰੂ ਨਾਨਕ ਸਾਹਿਬ? ਕਿਉਂਕਿ ਉਹਦੇ ਅਸੂਲ ਨੇ, ਉਹਦੇ ਨਿਯਮ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਆਪਦੇ ਚਾਰੇ ਬੱਚੇ ਹੀ ਦੇਸ਼ ਕੌਮ ਤੋਂ ਵਾਰ ਦਿੱਤੇ। ਅਤੇ ਵੇਖੋ 40 ਸਾਲ ਤੋਂ ਉਮਰ ਜੇ ਘੱਟ ਸੀਗੀ। ਜੇ ਗੁਰੂ ਸਾਹਿਬ ਚਾਹੁੰਦੇ ਤਾਂ ਸਾਹਿਬਜ਼ਾਦੇ ਫਿਰ ਪ੍ਰਗਟ ਕਰ ਸਕਦੇ ਸੀ, ਪਰ ਮਹਾਰਾਜ ਦਾ ਧਿਆਨ ਹੀ ਇਸ ਪਾਸੇ ਨਹੀਂ ਸੀ। ਉਹ ਤਾਂ ਦੇਸ਼ ਕੌਮ ਦੀ ਰੱਖਿਆ ਵਾਸਤੇ ਆਏ ਸੀ, ਉਹ ਕੁਲਾਂ ਚਲਾਉਣ ਵਾਸਤੇ ਥੋੜ੍ਹਾ ਆਏ। ਨਾਲੇ ਦੁਨੀਆ ਦਾ ਭੁਲੇਖਾ ਕੱਢ ਦਿੱਤਾ ਵੀ ਕੁਲਾਂ ਪੁੱਤਾਂ ਨਾਲ ਨਹੀਂ ਚੱਲਦੀਆਂ, ਕੁਲਾਂ ਰਹਿਤ ਮਰਿਆਦਾ ਦੇ ਨਾਲ, ਅਸੂਲਾਂ ਦੇ ਨਾਲ ਅਤੇ ਕੁਰਬਾਨੀਆਂ ਨਾਲ ਚੱਲਦੀਆਂ ਨੇ। ਤੁਹਾਡੇ ਨਿਯਮ ਹੋਣ, ਤੁਸੀਂ ਆਪਦੇ ਸਿਧਾਂਤ 'ਤੇ ਪਹਿਰਾ ਦਿਓ, ਭਾਵੇਂ ਮਰ ਜਾਓ ਤਾਂ ਦੁਨੀਆ ਤੁਹਾਨੂੰ ਯਾਦ ਕਰੂਗੀ। ਇਹਦੇ ਨਾਲ ਕੁਲਾਂ ਚੱਲਦੀਆਂ ਨੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਤਾਂ ਆਪਾਂ ਕੀ ਕਰਨੀ। ਉਹਨਾਂ ਦਾ ਕੋਈ ਨਿਹੰਗ ਵੀ ਉੱਥੇ ਹੁੰਦਾ ਜਦੋਂ ਦੁਰਯੋਧਨ ਨੇ ਦ੍ਰੋਪਦੀ ਦੇ ਵਿਰੋਧ ਵਿੱਚ ਹੁਕਮ ਜਾਰੀ ਕੀਤਾ ਵੀ ਇਹਦੇ ਵਸਤਰ ਉਤਾਰੇ ਜਾਣ। ਵੇਖੋ ਭੀਸ਼ਮ ਪਿਤਾਮਾ ਜਿਹਨੂੰ ਦਾਦਾ ਕਹਿੰਦੇ ਨੇ, 6 ਜਤੀਆਂ 'ਚੋਂ ਭੀਸ਼ਮ ਪਿਤਾਮਾ ਜਤੀ ਮੰਨਿਆ। ਅਤੇ 5 ਪਾਂਡਵ ਵੇਖਦੇ ਔਗੜ ਰੁੱਧੀ ਨਾਰ ਜਿਨ੍ਹਾਂ ਦੀ ਭੀਮ ਸੈਨ ਦੇ ਕਹਿੰਦੇ 11 ਹਾਥੀ ਆਕਾਸ਼ ਨੂੰ ਉਹਨੇ ਚਾੜ੍ਹੇ, ਇੰਨਾ ਬਲ ਸੀਗਾ ਉਹਦੇ ਵਿੱਚ। ਅਤੇ ਕੀ ਫਾਇਦਾ ਇੰਨੇ ਬਲ ਦਾ? ਉਹਦੇ ਪਾਪ ਉਪਦਰਵ ਦੇ ਵਿਰੋਧ ਵਿੱਚ ਤਾਂ ਬੋਲ ਨਹੀਂ ਸਕਿਆ, ਕੋਈ ਸੀ ਲਾਭ। ਇਹਨਾਂ ਦਾ ਜਿਹੜਾ ਗੁਰੂ ਸੀਗਾ ਅਸਵਸਥਾਮਾ, ਉਹ ਜਿਨ੍ਹਾਂ ਕੋਲ ਤੀਰ ਅੰਦਾਜ਼ੀ ਸਿੱਖਦੇ ਰਹੇ, ਉਹ ਵੀ ਉੱਥੇ ਬੈਠਾ ਸੀਗਾ। ਕੋਈ ਨਹੀਂ ਬੋਲਿਆ ਪਿਓ ਦਾ ਪੁੱਤ। ਅਤੇ ਮੈਂ ਹਮੇਸ਼ਾ ਹੀ ਸੋਚਦਾ ਹੁੰਦਾ ਵੀ ਜੇ ਮਹਾਰਾਜ ਦਾ ਆਮ ਜਿਹਾ ਹੀ ਨਿਹੰਗ ਹੁੰਦਾ, ਉਹਨੇ ਫੜ ਕੇ ਵਰਸ਼ਾ ਦੁਰਯੋਧਨ ਦੇ ਵਿੱਚ ਦੀ ਲੰਘਾ ਦੇਣਾ ਸੀ। ਆਪ ਭਾਵੇਂ ਗਾਟਾ ਲਵਾ ਲੈਂਦਾ, ਆਪ ਭਾਵੇਂ ਸ਼ਹੀਦੀ ਪਾ ਦਿੰਦਾ, ਪਰ ਦੁਰਯੋਧਨ ਨੂੰ ਉਹਨੇ ਛੱਡਣਾ ਨਹੀਂ ਸੀ ਵੀ ਪੁੱਤ ਤੂੰ ਕੀ ਕਰ ਰਿਹਾ, ਇਹ ਕੋਈ ਕੰਮ ਚੰਗਾ ਥੋੜ੍ਹਾ ਰਾਜੇ ਲਈ। ਪਰ ਵੇਖੋ ਉਹਦੀ ਭਗਤੀ ਰੰਗ ਲਿਆਈ, ਉਹਨੇ ਆਪ ਦੀ ਅਰਦਾਸ ਕੀਤੀ ਤਾਂ ਭਗਵਾਨ ਨੇ ਗੁਪਤ ਰੂਪ ਦੇ ਵਿੱਚ ਉਹਦੀ ਰਕਸ਼ਾ ਕੀਤੀ। ਕੋਈ ਬਹਾਦਰ ਕੋਈ ਸੂਰਮਾ 'ਤੇ ਨਹੀਂ ਬੋਲਿਆ। ਕਾਹਦੀ ਸੂਰਮੰਗਤੀ ਹੈ? ਤੋ ਇੰਝ ਅੰਮ੍ਰਿਤ ਤਾਂ ਪਹਿਲਾਂ ਵੀ ਸੀਗਾ, ਪਰ ਮਰਿਆਦਾ ਨਹੀਂ ਸੀਗੀ। ਸਾਡੇ ਗੁਰੂਆਂ ਨੇ ਆਪਦੇ ਜੀਵਨ ਨੂੰ ਪ੍ਰਪੱਕ ਰੱਖਿਆ ਔਰ ਸਿੱਖੀ ਸਿਧਾਂਤਾਂ ਨੂੰ ਪਾਲਣ ਵਾਸਤੇ ਆਗਿਆ ਕੀਤੀ, ਨਾਲ ਗੁਰਮਤਿ ਰਹਿਤ ਮਰਿਆਦਾ ਦੀ ਬਖਸ਼ਿਸ਼ ਕੀਤੀ। 10ਵੇਂ ਦੁਆਰ ਦੀ ਕੋਈ ਕੀਮਤ ਜਾਂ ਅਹਿਮੀਅਤ ਨਹੀਂ। ਮੈਨੂੰ ਕਈਆਂ ਨੇ ਬਾਂਹ ਤੋਂ ਫੜ ਅਤੇ ਜ਼ੋਰ ਲਾਇਆ ਵੀ ਚਲੋ ਸਾਡੇ ਬਾਬੇ ਕੋਲ ਮੁਕਤਸਰ ਸਾਹਿਬ, ਅਤੇ ਇੱਕ ਸੰਸਥਾ ਉੱਥੇ ਚੱਲਦੀ ਹੈ, ਉਹ 10ਵੇਂ ਦੁਆਰ ਨੂੰ ਕਾਫੀ ਅਹਿਮੀਅਤ ਦਿੰਦੇ ਨੇ। ਮੈਂ ਉਹਨਾਂ ਦਾ ਨਾਮ ਨਹੀਂ ਲੈਣਾ। ਇੱਕ ਯੂਨੀਵਰਸਿਟੀ ਵੀ ਬਣਾਈ ਹੋਈ ਹੈ, ਅਖੇ ਜੀ ਬ੍ਰਹਮ ਗਿਆਨੀ ਤਿਆਰ ਕਰਦੇ। ਮੈਂ ਤਾਂ ਅਜੇ ਤੱਕ ਕੋਈ ਯੂਨੀਵਰਸਿਟੀ ਵੇਖੀ ਨਹੀਂ ਜਿਹ 'ਚੋਂ ਬ੍ਰਹਮ ਗਿਆਨੀ ਤਿਆਰ ਹੁੰਦਾ ਹੋਵੇ। ਕੋਈ ਸਕੂਲਾਂ ਕਾਲਜਾਂ ਜਾਂ ਯੂਨੀਵਰਸਿਟੀਆਂ 'ਚੋਂ ਬ੍ਰਹਮ ਗਿਆਨੀ ਥੋੜ੍ਹੇ ਬਣਦੇ ਨੇ। ਜੇ ਤਰ੍ਹਾਂ ਦੇ ਫਿਰ ਬਾਬਾ ਬੁੱਢਾ ਜੀ ਯੂਨੀਵਰਸਿਟੀ 'ਚੋਂ ਹੀ ਤਿਆਰ ਹੋ ਜਾਂਦਾ। ਭਾਈ ਗੁਰਦਾਸ ਸਾਹਿਬ ਜੀ, ਜੀਵਨ ਬੰਦੇ ਦਾ ਸੇਵਾ ਕਰਕੇ ਬਣਦਾ, ਭਾਂਡੇ ਮਾਂਜ ਕੇ ਬਣਦਾ ਹੈ। ਉਸ ਤਰ੍ਹਾਂ ਨਹੀਂ ਸਰਟੀਫਿਕੇਟ ਮਿਲਦਾ ਬ੍ਰਹਮ ਗਿਆਨ ਦਾ। ਅਤੇ ਇਸ ਲਈ ਜਿਹੜਾ ਕੋਈ ਕਹਿੰਦਾ ਉਹ ਸਟੰਡ ਕਰ ਰਿਹਾ ਹੈ, ਆਪਦੇ ਮਗਰ ਲਾ ਰਿਹਾ। ਲੋਕਾਂ ਨੇ ਬ੍ਰਹਮ ਗਿਆਨ ਨੂੰ ਇੱਕ ਜਲੇਬੀਦਾਰ ਬਣਾਇਆ ਹੋਇਆ। ਮਹਾਰਾਜ ਨੇ ਤਾਂ ਸਿੱਧਾ ਸਾਦਾ ਜਪਜੀ ਸਾਹਿਬ, ਸਿੱਧੀ ਗੁਰਬਾਣੀ ਦਾ ਨਿਤਨੇਮ ਵਾਹਿਗੁਰੂ ਵਾਹਿਗੁਰੂ ਬਖਸ਼ਿਸ਼ ਕੀਤਾ। ਕੋਈ ਕਹਿੰਦਾ ਪੁੱਠੇ ਹੋ ਕੇ ਜਪੋ, ਕੋਈ ਕਹਿੰਦਾ ਸਿੱਧੇ ਹੋ ਕੇ ਜਪੋ, ਕੋਈ ਕਹਿੰਦਾ ਸਵਾਸਾਂ ਨੂੰ ਇੰਝ ਕਰੋ, ਕੋਈ ਕਹਿੰਦਾ ਉਂਝ ਕਰੋ। ਪਰ ਮਾਤਾ ਅਜੀਤ ਕੌਰ ਨੂੰ ਕਲਗੀਧਰ ਜੀ ਨੇ ਇਹ ਇਤਿਹਾਸ ਦੀ ਸਾਖੀ ਹੈ, ਗੁਰ ਕੀ ਸਾਖੀ ਰਾਖੈ ਚੀਤ, ਕਰ ਪੱਲਵ ਸਾਖਾ ਵਿਚਾਰੇ, ਆਪਣਾ ਜਨਮ ਨਾ ਜੂਐ ਹਾਰੇ, ਅਸੁਰ ਨਦੀ ਕਾ ਬੰਧੈ ਮੂਲ, ਪੱਛਮ ਫਿਰ ਚੜਾਵੈ ਸੂਰ। ਤੋ ਇੰਝ ਗੁਰੂ ਮਹਾਰਾਜ ਜੀ ਨੇ ਗੁਰਮਤਿ ਮਰਿਆਦਾ ਨੂੰ ਬਖਸ਼ਿਸ਼ ਕੀਤਾ ਕਿ ਗੁਰਮਤਿ ਇਹ ਕਹਿੰਦੀ ਹੈ ਕਿ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ। ਜਿਹੜਾ ਜੱਟ ਜ਼ਿਮੀਂਦਾਰ ਹੈ ਉਹ ਜਦ ਪੈਲੀ ਵਿੱਚ ਬੀਜ ਸੁੱਟਦਾ ਹੈ ਅਤੇ ਇਹ ਸਿੱਧਾ ਸੁੱਧਾ ਕਰਕੇ ਜਾਂ ਕੱਲਾ ਕੱਲਾ ਕਰਕੇ ਨਹੀਂ, ਉਹ ਕਣਕ ਦਾ ਛੱਟਾ ਹੀ ਮਾਰਦਾ। ਜਿੱਥੇ ਡਿੱਗ ਪਿਆ, ਪੁੱਠਾ ਡਿੱਗ ਪਿਆ, ਸਿੱਧਾ ਡਿੱਗ ਪਿਆ। ਜਿਹੜਾ ਡਿੱਗ ਪਿਆ ਪੈਲੀ ਦੇ ਵਿੱਚ ਉਹਨੇ ਉੱਗਣਾ ਹੀ ਉੱਗਣਾ ਹੈ। ਸੁਹਾਗਾ ਮਾਰੋ
ਤੇ ਉੱਪਰ ਦੀ ਪਾਣੀ ਦਿਓ, ਉੱਗੇਗਾ। ਤੇ ਇਸ ਲਈ ਭਾਵੇਂ ਵਾਹਿਗੁਰੂ ਚੌਂਕੜਾ ਮਾਰ ਕੇ ਆਖੋ, ਭਾਵੇਂ ਲੰਮੇ ਪੈ ਕੇ ਕਹੋ, ਤੇ ਭਾਵੇਂ ਪੁੱਠਾ ਲਟ ਕੇ ਕਹੋ, ਤੇ ਭਾਵੇਂ ਜਿਹੜਾ ਮਰਜ਼ੀ ਆਸਣ ਲਾਓ, ਭਾਵੇਂ ਸਵਾਸਾਂ ਨੂੰ ਤਾਂ ਕਰੋ ਤੇ ਭਾਵੇਂ ਛਾਂ ਕਰੋ। ਸਾਨੂੰ ਤਾਂ ਇਸ ਤਰ੍ਹਾਂ ਦਾ ਆਉਂਦਾ ਹੀ ਨਹੀਂ। ਉਹ ਸਿਰ ਦਰਦ ਹੋਣ ਲੱਗ ਪੈਂਦਾ, ਔਖੇ ਜਿਹੇ ਹੋ ਕੇ ਬੋਲਿਆ ਤਾਂ ਕੀ ਲਾਭ ਹੋਇਆ। ਅਤੇ ਇਸ ਵਾਸਤੇ ਸੰਗਤ ਦੇ ਵਿੱਚ ਸਿੱਧਾ ਹੀ ਸਤਿਨਾਮ ਵਾਹਿਗੁਰੂ, ਜੱਟ ਸੌਦਾ ਕਾਰ ਸੇਵਾ ਵਾਲਿਆਂ ਵਰਗਾ, ਇੰਝ ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਜਟਾ ਧਾਰ ਕੇ ਕਮਾਵੇ ਜੋਗ। ਸੋ ਕਹਿੰਦੇ ਨੇ ਜੜਾਵਾਂ ਧਾਰ ਕੇ ਬੰਦਾ ਜੋਗੀ ਨਹੀਂ ਬਣ ਸਕਦਾ। ਜਿਸ ਵਕਤ ਗੋਰਖਨਾਥ ਗਿਆ ਅਤੇ ਉਹਨੇ ਜੋੜੀ ਵਜਾਉਂਦਿਆਂ ਹੋਇਆਂ ਛਾਪ ਲਾਈ, ਜੋੜੀ ਦੇ ਵਿੱਚੋਂ ਬੋਲ ਕੱਢੇ, ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਜਿਸ ਤਰ੍ਹਾਂ ਭੂਤ ਕੱਢਦੇ ਨੇ ਬਾਬੇ, ਭੂਤਾਂ ਵਾਲੇ ਬਾਬੇ ਇੱਕ ਘੜਾ ਜਿਹਾ ਲੈ ਕੇ ਉਹਦੇ 'ਤੇ ਕਹਿਣ ਦੀ ਥਾਲ ਮੁੱਧੀ ਮਾਰ ਕੇ ਅਤੇ ਡੰਡੀਆਂ ਜਿਹੀਆਂ ਲੈ ਕੇ ਨਾਲੇ ਤਾਂ ਡੰਡੀਆਂ ਖੜਕਾਉਂਦੇ ਨੇ ਅਤੇ ਨਾਲੇ ਉਹ ਧਾਰਨਾ ਜਿਹੀਆਂ ਪੜ੍ਹਦੇ ਨੇ, ਲਹਿਰੀਆ ਜਿਹਾ ਗਾਉਂਦੇ ਨੇ। ਅਤੇ ਇੰਝ ਭੂਤਾਂ ਵਾਲੇ ਬਾਬਿਆਂ ਦੀ ਤਰ੍ਹਾਂ ਉਹਨੇ ਜੋੜੀ ਦੇ ਵਿੱਚੋਂ ਤਾਲ ਕੱਢਿਆ, ਬੋਲ ਕੱਢੇ, ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਉਹਦੀ ਰੂਹ ਨੂੰ ਅਮਰੂ ਰਾਜੇ ਦੀ ਦੇਹ ਵਿੱਚੋਂ ਕੱਢ ਕੇ ਅਤੇ ਇਹਦੀ ਅਸਲੀ ਦੇਹ ਵਿੱਚ ਜਿੱਥੇ ਸਮਾਧੀ ਲਾ ਕੇ ਬੈਠਾ ਸੀ ਦਸਵੇਂ ਦੁਆਰ ਦੇ ਵਿੱਚ, ਉਹਦੇ ਵਿੱਚ ਲਿਆ ਕੇ ਪਾਇਆ। ਇਹਦੇ ਕੰਨ ਪੁੱਟ ਕੇ ਅਤੇ ਕੰਨਾਂ ਤੋਂ ਫੜ ਕੇ ਕਹਿੰਦੇ ਵੀ ਚੱਲ ਤੈਨੂੰ ਗੁਰੂ ਨਾਨਕ ਸਾਹਿਬ ਦੇ ਚਰਨੀ ਬਾਵਾਂ। ਜੋਗੀਆਂ ਦਾ ਗੁਰੂ ਗੋਰਖਨਾਥ ਆਪ ਦੇ ਗੁਰੂ ਮਛੰਦਰ ਨਾਥ ਨੂੰ ਕੰਨ ਫੜਾ ਕੇ ਮਹਾਰਾਜ ਦੇ ਕੋਲ ਲਿਆਇਆ। ਕਹਿੰਦਾ ਵੀ ਟੇਕ ਮੱਥਾ, ਨੱਕ ਨਾਲ ਲਕੀਰਾਂ ਕੱਢ, ਮੰਗ ਮਾਫੀ ਮਹਾਰਾਜ ਕੋਲੋਂ, ਅਰ ਸਿਕਸ਼ਾ ਲੈ। ਉਹਦੀਆਂ ਲਕੀਰਾਂ ਕਢਾਈਆਂ, ਮਾਫੀ ਮੰਗਾਈ। ਕਹਿੰਦੇ ਸੱਚੇ ਪਾਤਸ਼ਾਹ ਮਾਫ ਕਰੋ ਜੀ, ਕੋਈ ਉਪਦੇਸ਼ ਬਖਸ਼ੋ। ਤਾਂ ਗੁਰੂ ਸਾਹਿਬ ਨੇ ਰਾਮਕਲੀ ਮਹੱਲਾ ਪਹਿਲਾ, ਰਾਮਕਲੀ ਰਾਗ ਦੇ ਵਿੱਚ ਗੁਰੂ ਮਹਾਰਾਜ ਨੇ ਉਪਦੇਸ਼ ਬਖਸ਼ਿਆ। ਸੁਣ ਮਾਛੰਦਰਾ ਨਾਨਕ ਬੋਲੇ, ਵਸਕਤ ਪੰਜ ਕਰੇ ਨੈ ਡੋਲੇ। ਹੇ ਮਛੰਦਰ ਨਾਥ ਜੋਗੀ, ਗੁਰੂ ਨਾਨਕ ਸਾਹਿਬ ਬੋਲ ਰਹੇ ਹੈ, ਆਪ ਦੀਆਂ ਇੰਦਰੀਆਂ ਨੂੰ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਹਨਾਂ ਨੂੰ ਰੋਕ ਕੇ ਰੱਖੇ। ਆਪ ਦੇ ਧਿਆਨ ਨੂੰ ਰੱਬ ਦੇ ਨਾਮ ਦੇ ਵਿੱਚ ਜੋੜੇ। ਇਕੱਲੇ ਦਸਵੇਂ ਦੁਆਰ ਦੇ ਵਿੱਚ ਪਹੁੰਚਣ ਦੇ ਨਾਲ ਮਨ ਨਿਰਮਲ ਨਹੀਂ ਹੋ ਸਕਦਾ। ਮਨ ਜਿਹੜਾ ਹੈ ਉਹ ਸਤਸੰਗਤ ਰੂਪ ਨਦੀ 'ਤੇ, ਨਿਸ਼ਚੇ ਰੂਪ ਪਟੜੇ 'ਤੇ ਗੁਰੂ ਦੇ ਹੱਥ ਮਨ ਰੂਪੀ ਕੱਪੜਾ ਪਕੜਾ ਕੇ ਅਤੇ ਜਿਹੜਾ ਨਿਸ਼ਕਾਮਤਾ ਦੇ ਨਾਲ ਨਾਮ ਜਪਣਾ, ਇਸ ਪਾਣੀ ਦੇ ਨਾਲ, ਬਾਣੀ ਰੂਪ ਪਾਣੀ ਦੇ ਨਾਲ ਧੋ ਕੇ, ਨਾਮ ਦੇ ਸਾਬਣ ਨੂੰ ਲਾ ਕੇ ਪਟਕਾ ਪਟਕਾ ਕੇ ਇਹਨੂੰ ਮਾਰ ਕੇ ਜਦ ਧੋਤਾ ਜਾਏਗਾ ਤਾਂ ਇਹ ਮਨ ਨਿਰਮਲ ਹੋਏਗਾ। ਅਤੇ ਭਗਤੀ ਦੀ ਤਪ ਦੇ ਸੇਕ ਦੇ ਵਿੱਚ ਸੁਕਾ ਕੇ ਫਿਰ ਇਹ ਸ਼ੁੱਧ ਹੋ ਸਕਦਾ ਹੈ। ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਹੋ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਦਸਵੇਂ ਦੁਆਰ ਵਿੱਚ ਬਈ ਮਨ ਨਿਰਮਲ ਨਹੀਂ, ਅਜੇ ਸਾਧਨਾ 'ਚ ਲੱਗਾ ਹੋਇਆ ਪੁਰਸ਼ ਭਟਕਦਾ ਭਟਕਦਾ ਮੁੜ ਮੁੜ ਕੇ ਆਵਾ ਗਾਉਣ ਦੇ ਵਿੱਚ ਪੈਂਦਾ। ਏਕ ਧਿਆਵੋ ਮੂੜ ਮਨਾ, ਪਾਰ ਉਤਰ ਜਾਹੇ ਇੱਕ ਖਣਾ। ਐ ਮੇਰਿਆ ਮੂਰਖ ਮਨਾ, ਤੂੰ ਇੱਕ ਵਾਹਿਗੁਰੂ ਦੇ ਨਾਮ ਨੂੰ ਕਿਉਂ ਨਹੀਂ ਧਿਆਉਂਦਾ। ਇਹ ਅਜੀਤ ਕੌਰ, ਜੇ ਦਸਵੇਂ ਦੁਆਰ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਨੂੰ ਹੀ ਸੁਣਨਾ ਅਤੇ ਧਿਆਉਣਾ, ਅਤੇ ਕਿਉਂ ਨਾ ਸਿੱਧਾ ਹੀ ਜ਼ਬਾਨ ਦੇ ਨਾਲ ਬੰਦਾ ਕਰੀ ਜਾਏ। ਜੇ ਮਹਾਰਾਜ ਵੀ ਦਿਖਾ ਦੇ ਤਾਂ ਭਾਵੇਂ ਦਿਖਾਈ ਦੇ। ਅਤੇ ਇਸ ਵਾਸਤੇ ਗੁਰੂ ਦੇ ਸਿੱਖਾਂ ਦੇ ਉੱਪਰ ਸੁਤੇ ਸੇਧੀ ਨਾਮ ਜਪਣ ਨਾਲ ਕਿਰਪਾ ਹੋ ਜਾਂਦੀ। ਇੱਕ ਗੁਰਮੁਖਾਂ ਦੇ ਦਰਸ਼ਨ ਹੋਏ, ਕਹਿੰਦੇ ਮੈਨੂੰ 10 ਸਾਲ ਲੱਗੇ ਨੇ। ਜਿਸ ਤਰ੍ਹਾਂ ਜੋਗੀ ਸਰੀਰ ਨੂੰ ਸਾਫ਼ ਕਰਦੇ ਨੇ, ਕੱਲੀ ਕੱਲੀ ਨਾੜੀ ਸਾਫ਼ ਕਰਦੇ ਆ, ਅਤੇ ਰੀੜ੍ਹ ਦੀ ਹੱਡੀ ਦੇ ਦੁਆਲੇ ਦੁਆਲੇ ਜਿਹੜੀ ਭੁਜੰਗਵਾਂ ਨਾੜੀ ਹੈ, ਪੂਰੇ 10 ਸਾਲਾਂ ਦੇ ਵਿੱਚ ਇਹ ਸਾਫ਼ ਹੋ ਕੇ ਸ਼ੁੱਧ ਹੋਈ। ਅਤੇ ਫਿਰ ਦਸਵੇਂ ਦੁਆਰ ਦੇ ਵਿੱਚ ਕਹਿੰਦੇ 10 ਸਾਲ ਉੱਥੇ ਲੱਗੇ। ਜਿਹੜਾ ਅੰਦਰ ਰਹਿ ਗਿਆ ਸੋ ਜੋਗੀ ਹੈ, ਜਿਹੜਾ ਬਾਹਰ ਨਿਕਲ ਗਿਆ ਸੋ ਸਾਧ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਸਾਧ ਬਣਾਇਆ ਹੈ।
साधो मन का मान त्यागो ते काम क्रोध संगत दुर्जन की ताते एन सुभागो। सो शरीर दे ਵਿੱਚ ਨਹੀਂ ਰਹਿਣਾ, ਸਰੀਰ ਤੋਂ ਬਾਹਰ ਅਲੱਗ ਹੋ ਕੇ ਪ੍ਰਭੂ ਦੇ ਵਿੱਚ ਆਪਦੇ ਚਿੱਤ ਦੀ ਬਿਰਤੀ ਨੂੰ ਜੋੜਨਾ ਹੈ। ਤੋ ਇੰਜ ਇਹ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚੈ। ਸੰਗਤ ਦੇ ਵਿੱਚ ਹੀ ਜਿਹੜੀ ਕੁੰਡਲਨੀ ਭੁਜੰਗਮਾ ਨਾੜੀ ਹੈ ਇਹ ਸ਼ੁੱਧ ਹੁੰਦੀ ਹੈ। ਜੇ ਮਹਾਰਾਜ ਕਿਰਪਾ ਕਰੇ ਤਾਂ ਆਪ ਹੀ ਸਫ਼ਰ ਤੈਅ ਕਰਾਉਂਦਾ ਹੈ। ਬਾਂਹ ਤੋਂ ਫੜ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪ ਮਹਾਰਾਜ ਸੋ ਜਿੱਥੇ ਪਹੁੰਚਾਉਣਾ, ਜਿੱਥੇ ਉਹਦੀ ਖੁਸ਼ੀ ਹੋਵੇ ਉਸ ਅਵਸਥਾ ਵਿੱਚ ਪਹੁੰਚਾ ਦਿੰਦਾ ਹੈ। ਇਸ ਲਈ ਕਿਸੇ ਟੁੱਟੇ ਫੁੱਟੇ ਸਾਧ ਦੇ ਮਗਰ ਲਾ ਕੇ ਗੁਰਦੁਆਰਾ ਨਹੀਂ ਛੱਡਣਾ ਚਾਹੀਦਾ। ਮਹਾਰਾਜ ਦਾ ਅੰਮ੍ਰਿਤ ਛਕੋ ਅਤੇ ਨਿਤਨੇਮ ਕਿਸੇ ਵੀ ਕੀਮਤ 'ਤੇ ਨਾ ਤਿਆਗੋ, ਕਿਉਂਕਿ ਬਾਣੀ ਦੇ ਪ੍ਰਤਾਪ ਨਹੀਂ ਅਸੀਂ ਜੋ ਵੀ ਕੁਛ ਬਣੇ ਆ ਗੁਰਬਾਣੀ ਕਰਕੇ ਬਣੇ ਹਾਂ। ਅਤੇ ਮੈਨੂੰ ਤਾਂ ਕੋਈ ਭਾਵੇਂ ਚੰਡੀਗੜ੍ਹ ਭਾਵੇਂ ਕਿੱਥੇ ਮਰਜ਼ੀ ਕੋਈ ਆ ਕੇ ਵੀ ਰੌਲ ਲਾਉਣ ਜਾਣਾ ਅਤੇ ਉਸੇ ਵਕਤ ਹੀ ਇਹ ਨਹੀਂ ਵੇਖੀਦਾ ਵੀ ਦਿਨ ਹੈ ਜਾਂ ਰਾਤ ਹੈ, ਵੀ ਜਾਂ ਟਾਈਮ ਕਿੰਨਾ ਲੱਗੂਗਾ ਜਾਂ ਖਰਚਾ ਆਉਣ ਜਾਣ ਦਾ ਕਿਵੇਂ, ਪੁੱਜ ਕੇ ਜਾਈਦਾ ਵੀ ਕਿਤੇ ਟਾਈਮ ਮਿਲਿਆ ਕੀ ਤਾਂ ਮਹਾਰਾਜ ਨੇ ਆਵਾਜ਼ ਮਾਰੀ ਹੋਵੇ। ਅਤੇ ਇਸ ਵਾਸਤੇ ਜਿਹੜੀ ਗੁਰਬਾਣੀ ਹੈ ਇਹਨੇ ਹੀ ਸਾਨੂੰ ਵੱਡਿਆਂ ਕੀਤਾ, ਜੋ ਵੀ ਤਰੱਕੀ ਇਹਨੇ ਬਖਸ਼ਿਸ਼ ਕੀਤੀ ਹੈ। ਜੇ ਬੰਦਾ ਕਹੇ ਵੀ ਬਾਣੀ ਭੁੱਲ ਗਿਆ, ਇਹਨੂੰ ਭੁਲਾ ਕੇ ਅਤੇ ਆਪਾਂ ਜੋਗੀ ਬਣ ਜਾਈਏ, ਇਸ ਤਰ੍ਹਾਂ ਗੱਲ ਨਹੀਂ ਬਣਦੀ। ਗੁਰਬਾਣੀ ਦੀ ਬਖਸ਼ਿਸ਼ ਦੇ ਨਾਲ ਹੀ ਸਾਰੀ ਕਿਰਪਾ ਹੋਣੀ ਹੈ। ਇਸ ਲਈ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਬੇਨਤੀ ਮੈਂ ਤਾਂ ਕਰ ਰਿਹਾ, ਤੁਸੀਂ ਰਾਧਾ ਸਵਾਮੀ ਜਾਓਗੇ ਪੜ੍ਹਨਗੇ ਬਾਣੀਓ ਹੀ, ਤੁਹਾਡੇ ਮਨ 'ਚ ਭੁਲੇਖਾ ਹੋਊਗਾ ਵੀ ਬਾਬਾ ਜੀ ਤਾਂ ਕੋਈ ਗਲਤ ਗੱਲ ਕਰ ਹੀ ਨਹੀਂ ਰਹੇ, ਉਹ ਤਾਂ ਸਾਖੀ ਸੁਣਾ ਰਹੇ ਨੇ, ਬਾਣੀ ਦੀ ਪੋਥੀ ਤੋਂ ਕਥਾ ਕਰ ਰਹੇ ਨੇ, ਪਰ ਤੁਹਾਨੂੰ ਕਦੀ ਨਹੀਂ ਕਹਿਣਗੇ ਵੀ ਜਪਜੀ ਸਾਹਿਬ ਪੜ੍ਹੋ। ਮੈਨੂੰ ਆ ਕੇ ਫੜ ਲਿਓ ਜੇ ਕੋਈ ਕਹੇ ਇਸ ਤਰ੍ਹਾਂ, ਉਹਨਾਂ ਦੀ ਜ਼ੁਬਾਨ ਸੜ ਜਾਏ। ਕਦੀ ਕੋਈ ਨਹੀਂ ਜੇ ਕਹਿੰਦਾ ਵੀ ਜਪਜੀ ਸਾਹਿਬ ਪੜ੍ਹੋ। ਆਖੂਗਾ ਲਿਆਓ ਪਾਣੀ, ਮੈਂ ਉਂਗਲ ਘੁਮਾਉਣਾ, ਤੁਹਾਨੂੰ ਜਲ ਕਰਕੇ ਦਿੰਦਾ, ਲਿਆਓ ਸਿਰ, ਮੈਂ ਤੁਹਾਡੇ ਸਿਰ 'ਤੇ ਹੱਥ ਰੱਖਦਾ, ਉਹਦੇ ਹੱਥ ਟੁੱਟ ਜਾਣ। ਉਹ ਨਿਕੰਮਿਆ ਤੂੰ ਕਹਿ ਵੀ ਸੇਵਾ ਕਰੋ, ਮਹਾਰਾਜ ਨੂੰ ਮੱਥਾ ਟੇਕੋ, ਜਪਜੀ ਸਾਹਿਬ ਦਾ ਖੁਦ ਆਪ ਪਾਠ ਕਰੋ। ਬਾਬਿਆਂ ਦੀ ਪੂਜਾ ਕੌਣ ਕਰੂਗਾ? ਹੁਣ ਜੇ ਮੈਂ ਤੁਹਾਨੂੰ ਦੱਸਤਾ ਵੀ ਤੁਸੀਂ ਨਿਤਨੇਮ ਕਰੋ, ਤੁਸੀਂ ਤਾਂ ਆਪ ਬਾਬੇ ਬਣ ਜਾਓਗੇ, ਮੈਨੂੰ ਕੌਣ ਮੰਨੂਗਾ? ਮੈਨੂੰ ਤਾਂ ਹੀ ਮੰਨੋਗੇ ਵੀ ਜੇ ਤੁਹਾਨੂੰ ਨਹੀਂ ਕੁਛ ਆਉਂਦਾ ਹੋਊਗਾ। ਤਾਂ ਇਸ ਵਾਸਤੇ ਆਖੇ ਜੀ ਨਾਮ ਜਪੋ। ਇਹ ਲੋਕਾਂ ਨੇ ਆਪ ਦਾ ਸਟੰਟ ਬਣਾਇਆ ਹੋਇਆ, ਨਾਮ ਨੂੰ ਲੈ ਕੇ ਅਤੇ ਮਹਾਰਾਜ ਦੇ ਨਾਮ 'ਤੇ ਠੱਗੀ ਮਾਰਦੇ ਨੇ। ਨਾਮ ਸੋਹਣਾ ਹੈ, ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਇਸ ਲਈ ਸੁਣਾਉਂਦੇ ਨਾਮ ਨੇ, ਪੂਜਾ ਆਪਦੇ ਗੋਡਿਆਂ ਦੀ ਕਰਾਉਂਦੇ। ਹਾਂਜੀ ਬਾਬਾ ਜੀ ਨਾਮ ਕਿਹੜਾ ਜਪੀਏ ਜੀ? ਇੱਧਰ ਨੂੰ ਆਓ, ਲਾਗੇ ਕਰਕੇ ਅਤੇ ਕੰਨ 'ਚ ਫੂਕ ਮਾਰਦੇ ਵੀ ਗਾਂ ਨਹੀਂ ਦੱਸਣਾ। ਕਿਤੇ ਵੀ ਗੁਰਬਾਣੀ ਦਾ ਪ੍ਰਚਾਰ, ਸਾਡੇ ਖੁਦ ਆਪ ਦੇ ਪ੍ਰਚਾਰਕ ਕਹੇ ਜੀ ਅਖੰਡ ਪਾਠ ਦਾ ਕੋਈ ਫਾਇਦਾ ਨਹੀਂ ਜੀ, ਸਹਿਜ ਪਾਠ ਦਾ ਕੋਈ ਫਾਇਦਾ ਨਹੀਂ ਜੀ, ਬਾਣੀ ਪੜ੍ਹੀ ਜਾਓ ਇਹਦਾ ਕੀ ਫਾਇਦਾ ਜੀ, ਤੋਤੇ ਵਰਗੀ ਰੱਟ। ਬੰਦਾ ਪੁੱਛੇ ਵੀ ਤੇਰੇ ਜੰਮਣ ਦਾ ਕੋਈ ਫਾਇਦਾ ਹੋਇਆ ਦੁਨੀਆ ਨੂੰ? ਤੂੰ ਦੱਸ ਆਪਦੇ ਬਾਰੇ। ਮਹਾਰਾਜ ਦਾ ਤਾਂ ਫਾਇਦਾ ਹੀ ਫਾਇਦਾ, ਤੁਸੀਂ ਦੱਸੋ ਨੁਕਸਾਨ ਕਿਹਨੂੰ ਹੋਇਆ? ਮੈਂ ਤਾਂ ਅੱਜ ਤੱਕ ਜਿਨ੍ਹਾਂ ਨੂੰ ਮਿਲਿਆ ਬਾਣੀ ਪੜ੍ਹਨ ਵਾਲਿਆਂ ਨੂੰ ਕੋਈ ਨੁਕਸਾਨ ਤਾਂ ਹੋਇਆ ਨਹੀਂ, ਲਾਭ ਹੀ ਲਾਭ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਇਸ ਲਈ ਕਿਸੇ ਦੇ ਮਗਰ ਲਾ ਕੇ ਆਪਦਾ ਗਾਤਰਾ ਨਾ ਲਾਇਓ, ਗੁਰਦੁਆਰਾ ਨਾ ਛੱਡਿਓ। 10ਵੇਂ ਦੁਆਰ ਦਾ ਨਾਮ ਲੈ ਕੇ ਆਖੇ ਜੀ ਤੁਹਾਨੂੰ ਪ੍ਰਕਾਸ਼ ਦਿਖਾਵਾਂਗੇ ਜੀ, ਤੁਹਾਨੂੰ ਰੌਸ਼ਨੀਆਂ ਦਿਖਾਵਾਂਗੇ ਜੀ। ਅਗਲੇ ਨੂੰ ਆਖੇ ਵੀ ਸਾਨੂੰ ਮਹਾਰਾਜ ਹੀ ਚੰਗਾ, ਜੇ ਦਿਖਾਉਣਾ ਹੋਇਆ ਤਾਂ ਆਪੇ ਗੁਰੂ ਦਿਖਾ ਦਿਓ। ਤੂੰ ਕੌਣ ਹੈ ਭਾਈ ਦਿਖਾਉਣ ਵਾਲਾ? ਆ ਪਤਾ ਨਹੀਂ ਤੇਰੇ ਆਖੇ ਲੱਗਦੇ। ਤੋ ਇਸ ਵਾਸਤੇ ਅਸੀਂ ਤਾਂ ਮਹਾਰਾਜ ਦਾ ਨਾਮ ਜਪਾਂਗੇ। ਨਾਮ ਜਪਣਾ ਚਾਹੀਦਾ ਹੈ, ਮੈਂ ਨਹੀਂ ਕਹਿੰਦਾ ਵੀ ਵਾਹਿਗੁਰੂ ਨਾ ਆਖੋ, ਪਰ ਨਿਤਨੇਮ ਵੀ ਜ਼ਰੂਰੀ ਹੈ ਨਾ ਭਾਈ। ਜੇ ਇਕੱਲਾ ਵਾਹਿਗੁਰੂ ਵਾਹਿਗੁਰੂ ਦੇ ਨਾਲ ਹੀ 10ਵਾਂ ਦੁਆਰ ਮਿਲਦਾ ਹੁੰਦਾ, ਮੈਂ ਤਾਂ ਇਹੀ ਹਮੇਸ਼ਾ ਸੋਚਦਾ ਰਹਿੰਦਾ ਵੀ ਇਕੱਲੀ ਮਾਲਾ ਦੇ ਨਾਲ ਹੀ ਬਾਬੇ ਕੋਲ ਮਾਲਾ ਲੈ ਲਈ ਬਸ, ਜਾਂ ਕੰਨ 'ਚ ਨਾਮ ਲੈ ਲਿਆ, ਇਹਦੇ ਨਾਲ ਸਰਦਾ ਹੁੰਦਾ। ਅਤੇ ਐਡਾ ਵੱਡਾ ਗੁਰੂ ਗ੍ਰੰਥ ਸਾਹਿਬ ਦੱਸੋ 1430 ਅੰਗ ਮਹਾਰਾਜ ਨੇ ਕਿਉਂ ਲਿਖੇ? ਫਿਰ ਇੱਕ ਵਾਰ ਨਹੀਂ, ਫਿਰ ਦੂਜੀ ਵਾਰ ਲਿਖੇ। ਗੁਰਤਾ ਗੱਦੀ ਐਡਾ ਵੱਡਾ ਗੁਰਦੁਆਰਾ ਵੇਖੋ ਕਿੰਨਾ ਵੱਡਾ ਜਗਾਟ ਬਣਾਇਆ ਹੋਇਆ, ਲੱਖਾਂ ਅਰਬਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਛੱਤ ਪਾਈ ਹੋਈ ਹੈ। ਇੰਨਾ ਕੁਛ ਕਰਨ ਦੀ ਕੀ ਲੋੜ ਪੈ ਗਈ ਦੱਸੋ? ਕਿੰਨੇ ਕਿੰਨੇ ਸਰੋਵਰ, ਕਿੰਨੀਆਂ ਕਿੰਨੀਆਂ ਬਿਲਡਿੰਗਾਂ
ਕਾਹਦੇ ਵਾਸਤੇ? ਸਾਡੇ ਬੱਚੇ ਗੁਰਦੁਆਰੇ ਆਉਣ ਔਰ ਬਾਣੀ ਦੇ ਅੱਖਰਾਂ ਨੂੰ ਸਿੱਖਣ, ਇਹਨਾਂ ਤੋਂ ਉਪਦੇਸ਼ ਲੈਣ ਅਤੇ ਸੇਵਾ ਸਿਮਰਨ ਕਰਕੇ ਇੱਕ ਦੂਜੇ ਦੀ ਸੰਗਤ ਕਰਕੇ ਆਪਦੇ ਜੀਵਨ ਨੂੰ ਉੱਚਾ ਚੁੱਕਣ। ਮਹਾਰਾਜ ਦੀ ਬਾਣੀ ਦਾ ਨਾਮ ਹੀ ਕਹਿੰਦੀ ਹੈ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪਰ ਬਾਣੀ ਵੀ ਨਾਮ ਹੈ। ਜੇ ਕੋਈ ਬਾਣੀ ਨੂੰ ਛੱਡ ਕੇ ਇਕੱਲਾ ਜੋਗੀ ਕਹੇ ਵੀ ਮੈਂ 10ਵੇਂ ਦੁਆਰ 'ਚ ਪਹੁੰਚ ਗਿਆ। ਰਹਿ ਰਾਸ ਦੇ ਮਹਾਤਮ ਦੇ ਵਿੱਚ ਗੁਰੂ ਸਾਹਿਬ ਨੇ ਭਾਮਣ ਸ੍ਰੀ ਲਹਿਣਾ ਜੀ ਨੇ ਦਿਖਾਇਆ ਸੀ ਕਿ ਜਿਹੜੇ ਰਹਿ ਰਸ ਦਾ ਪਾਠ ਨਹੀਂ ਕਰਦੇ, ਰਹਿ ਰਸ ਦੇ ਸਮੇਂ ਸੱਚਖੰਡ ਦੇ ਵਿੱਚੋਂ ਕੱਢੇ ਜਾਂਦੇ ਹਨ। ਜਿਹੜਾ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਨਹੀਂ ਕਰਦਾ, ਉਹਨੂੰ ਸੱਚਖੰਡ ਦੇ ਅੰਦਰ ਭਾਈ ਮੰਝ ਲੰਘਣ ਨਹੀਂ ਦਿੰਦਾ, ਪਹਿਰੇਦਾਰ ਹੈ। ਇਹ ਆਇਡੈਂਟੀਫਿਕੇਸ਼ਨ ਪ੍ਰੂਫ ਹੈ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ। ਸਿੱਖ ਦੀ ਇਹੀ ਨਿਸ਼ਾਨੀ ਆ ਵੀ ਉਹ ਜਪਜੀ ਸਾਹਿਬ ਦਾ ਪਾਠ ਕਰੇ, ਰਹਿ ਰਾਸ ਸੋਦਰ ਦਾ ਪਾਠ ਪੜ੍ਹੇ ਜਾਂ ਸੁਣੇ। ਕਿ ਕਹਿੰਦੇ ਸਾਨੂੰ ਆਉਂਦਾ ਨਹੀਂ ਜੀ। ਆਹ ਗ੍ਰੰਥੀ ਕਾਹਦੇ ਵਾਸਤੇ ਰੱਖੇ ਨੇ? ਗ੍ਰੰਥੀਆਂ ਨੂੰ ਇਸੇ ਵਾਸਤੇ ਤਾਂ ਤੁਸੀਂ ਰੱਖਿਆ ਹੋਇਆ। ਸਾਨੂੰ ਪੈਸੇ ਕਾਹਦੇ ਦਿੰਦੇ ਹੋ? ਇਸੇ ਵਾਸਤੇ ਦਿੰਦੇ ਹੋ ਵੀ ਸਾਨੂੰ ਕੋਈ ਬਾਣੀ ਸੁਣਾਓ ਭਾਈ। ਇਹ ਸੁਣਾਉਣ ਵਾਲਾ ਭਗਵਾਨ ਜਾਂ ਗੁਰੂ ਨਹੀਂ ਹੈ, ਉਹ ਇੱਕ ਸੇਵਾਦਾਰ ਹੈ, ਉਹ ਸਾਡਾ ਨੌਕਰ ਹੈ। ਅਸੀਂ ਉਹਨੂੰ ਭੇਟਾ ਦਿੰਦੇ ਹਾਂ, ਪੈਸੇ ਦਿੰਦੇ ਹਾਂ ਵੀ ਸਾਨੂੰ ਬਾਣੀ ਦਾ ਪਾਠ ਸੁਣਾਓ। ਅਤੇ ਤੁਹਾਡਾ ਫਰਜ਼ ਬਣਦਾ ਵੀ ਗੁਰਦੁਆਰੇ ਕਬੂਤਰ ਹੀ ਨਾ ਬੋਲਣ, ਤੁਹਾਡੇ ਬੱਚੇ ਵੀ ਆਉਣ। ਇੰਗਲੈਂਡ ਦੇ ਵਿੱਚ ਸਾਰੇ ਚਰਚ ਵਿਕ ਗਏ। ਬਰਮਿੰਘਮ ਗੁਰਦੁਆਰਾ ਸਾਹਿਬ ਚਰਚ ਦੇ ਵਿੱਚ ਹੈ। ਸਾਡੇ ਬਾਬੇ ਧੁੰਮੇ ਨੇ ਵੀ ਸਰੀ ਦੇ ਵਿੱਚ ਚਰਚ ਖਰੀਦ ਕੇ ਗੁਰਦੁਆਰਾ ਬਣਾਇਆ। ਕਾਹਤੋਂ? ਵੀ ਗੋਰਿਆਂ ਦੇ ਬੱਚੇ ਚਰਚਾਂ 'ਚ ਜਾਣੋਂ ਹਟ ਗਏ। ਜੇ ਸਾਡੇ ਬੱਚੇ ਵੀ ਇਸ ਤਰ੍ਹਾਂ ਰਹੇ, ਗੁਰਦੁਆਰੇ ਆਉਣਾ ਬੰਦ ਕਰਤਾ, ਤਾਂ ਫਿਰ ਦੱਸੋ ਕਿੱਥੇ ਭਲਾ ਹੋਊਗਾ। ਮਹਾਰਾਜ ਕਹਿੰਦੇ ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਐ। ਪੁੰਨਿਆ ਮਸਿਆ ਡੇਰਿਆਂ 'ਤੇ ਜਾ ਕੇ ਨਹੀਂ ਗੱਲ ਬਣਨੀ, ਸਾਧੂ ਸੰਤਾਂ ਦੇ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੀਏ, ਨਾਉ ਪੂਜੀਏ ਨਾਉ ਮੰਨੀਏ, ਅਖੰਡ ਸਦਾ ਸੱਚ ਸੋਏ, ਤਾਂ ਸਾਡਾ ਭਲਾ ਹੋਊਗਾ। ਸੋ ਗੁਰੂ ਮਹਾਰਾਜ ਦੀ ਕਿਰਪਾ ਹੋਵੇ। ਅੱਜ ਕੱਲ੍ਹ ਸਰੋਵਰਾਂ ਦੀ ਨਿੰਦਿਆ ਹੋ ਰਹੀ ਹੈ, ਸੋ ਦਰਬਾਰ ਸਾਹਿਬ ਬਾਬਤ ਨਿੰਦਿਆ ਹੋ ਰਹੀ, ਸਿੰਘ ਸਾਹਿਬਾਂ ਬਾਰੇ ਨਿੰਦਿਆ ਹੋ ਰਹੀ ਹੈ। ਅਤੇ ਆਪਦੇ ਆਪ ਨੂੰ ਅਸੀਂ ਚੰਗਾ ਗਿਣ ਰਹੇ ਹਾਂ ਵੀ ਅਸੀਂ ਤਾਂ ਭਗਵਾਨ ਹੀ ਹਾਂ ਜੀ, ਅਸੀਂ ਤਾਂ ਰੱਬ ਬਣ ਗਏ, ਚੋਲਾ ਪਾ ਲਿਆ, ਸਾਡਾ ਡੇਰਾ ਕੀ ਬਣ ਗਿਆ, ਅਸੀਂ ਤਾਂ ਬਹੁਤ ਉੱਚੇ ਹੋ ਗਏ। ਸਰੋਵਰ ਤਾਂ ਮਹਾਰਾਜ ਨੇ ਐਵੇਂ ਹੀ ਬਣਾਏ ਨੇ। ਦੱਸੋ, ਗੁਰੂ ਸਾਹਿਬ ਨੇ ਸ਼ਬਦ ਲਿਖੇ ਨੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਸਰੋਵਰ ਬਣੇ ਕਾਹਤੋਂ ਜੇ ਨਹਾਉਣਾ ਨਹੀਂ, ਵਿੱਚ ਇਸ਼ਨਾਨ ਨਹੀਂ ਕਰਨਾ। ਗੁਰੂ ਅਮਰਦਾਸ ਨੇ ਬੌਲੀ ਸਾਹਿਬ ਕਾਹਤੋਂ ਬਣਾਈ? 84 ਪੌੜੀਆਂ ਨਾਲ 84 ਜਪਜੀ ਸਾਹਿਬ ਦੇ ਪਾਠ ਕਰੋ, ਫਿਰ ਬੌਲੀ 'ਚ ਇਸ਼ਨਾਨ ਕਰੋ। ਤੋ ਗੁਰਦੁਆਰੇ ਮੱਸਿਆ ਪੁੰਨਿਆ ਮਹਾਰਾਜ ਦੇ ਸਰੋਵਰ 'ਚ ਇਸ਼ਨਾਨ ਕਰਕੇ ਫਿਰ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਕੀਰਤਨ ਸਰਵਣ ਕਰੋ, ਗੁਰੂ ਕੇ ਲੰਗਰ ਦੀ ਸੇਵਾ ਕਰੋ ਅਤੇ ਸੱਚੇ ਪਾਤਸ਼ਾਹ ਜੀ ਦਾ ਪ੍ਰਸ਼ਾਦ ਛਕੋ। ਮਨ ਬੁੱਧੀ ਸਾਡੀ ਉਜਲ ਹੋਵੇ, ਗੁਰੂ ਸਾਹਿਬ ਦੀ ਕਿਰਪਾ ਹੋਵੇ। ਇਕੱਲਾ 10ਵਾਂ ਦੁਆਰ ਹੀ ਸਿਰ 'ਤੇ ਚੁੱਕੀ ਫਿਰੋ, ਮੇਰੇ ਖਿਆਲ ਮੁਤਾਬਕ ਇਹ ਗੱਲ ਬਣਦੀ ਨਹੀਂ ਹੈ। ਮੇਰੇ ਕੋਲ ਤਾਂ ਜਿਹੜਾ ਕੋਈ 10ਵੇਂ ਦੁਆਰ ਦਾ ਨਾਂ ਲਏ, ਮੈਨੂੰ ਤਾਂ ਹੀ ਗੁੱਸਾ ਚੜ੍ਹ ਜਾਂਦਾ। ਆਖੀ ਤਾਂ ਬਾਬਾ ਤੂੰ ਆਪਦੇ ਘਰ ਰਹੋ, ਸਾਨੂੰ ਤਾਂ ਪਾਠ ਹੀ ਸਹੀ ਹੈ, ਕਥਾ ਕੀਰਤਨ ਹੀ। ਮਹਾਂਪੁਰਖਾਂ ਨੇ ਇਹੀ ਸਾਨੂੰ ਸਿਖਾਇਆ ਹੈ ਵੀ ਸੰਗਤ ਦੇ ਵਿੱਚ ਕਥਾ ਕੀਰਤਨ ਦੇ ਵਿੱਚ ਜੋ ਕੁਛ ਹੁੰਦਾ ਕਰੀ ਜਾਓ, ਗੁਰਦੁਆਰਾ ਨਹੀਂ ਛੱਡਣਾ ਹੈ। ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਹਰ ਪਿਆਰਾ ਜਿਉ ਗੁਫਾ ਅੰਦਰ ਰੱਖ ਕੇ, ਵਾਜਾ ਪਵਨ ਵਜਾਇਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਪਿਆਰੇ ਪਰਮੇਸ਼ਰ ਨੇ ਜੀਵ ਨੂੰ ਮਾਤਾ ਦੀ ਗਰਭ ਰੂਪ ਗੁਫਾ ਦੇ ਵਿੱਚ ਰੱਖ ਕੇ ਪ੍ਰਸੋਦ ਪੂਰਨ ਰੂਪੀ ਵਾਜਾ ਵਜਾਉਣਾ ਕੀਤਾ, ਹਵਾ ਦਾ ਸਵਾਸਾਂ ਰੂਪੀ ਵਾਜਾ ਵਜਾਇਆ ਹੈ। ਇਸੇ ਪੌੜੀ ਦੇ ਹੁਣ ਦੂਸਰੇ ਅਰਥ ਸਰਵਣ ਕਰੋ। ਸਾਧ ਜੀਓ ਗੁਫਾ ਅੰਦਰ ਰੱਖ ਕੇ, ਸਾਧ ਸੰਗਤ ਜੀਓ ਇਹ ਅਰਥ ਕੱਲ੍ਹ ਨੂੰ ਸਰਵਣ ਕਰਵਾਵਾਂਗੇ। ਅੰਤਰੀਵ ਅਰਥ ਜੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਂਪੁਰਖ ਕਲਗੀਧਰ ਜੀ ਦੀ ਬਖਸ਼ਿਸ਼ ਦੇ ਪਾਤਰ ਬਾਬਾ ਗੁਰਬਚਨ ਸਿੰਘ ਜੀ ਹਰੇਕ ਸ਼ਬਦ ਦੀ ਦੋ ਅਰਥ ਜ਼ਰੂਰ ਕਰਿਆ ਕਰਦੇ। ਅੰਤਰੀਵ ਅਰਥ ਕੱਲ੍ਹ ਨੂੰ ਸੁਣਾਵਾਂਗੇ। ਇਹਦੇ ਨਾਲ ਹੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰਨੀ, ਅੱਗੇ ਦੋ ਸਮਤ ਬਖਸ਼ਨੇ। ਅਨੇਕ ਰੂਪ ਨਾਉ ਨਵ ਨਿਤ, ਤਿਸ ਦਾ ਅੰਤ ਨ ਜਾਈ ਪਾਇਆ। ਨਾਨਕ ਹਰ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।